ਵਾਹਿਗੁਰੂ ਸਾਹਿਬ ਜੀ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ। ਪਰਵਾਨ ਗਣੀ ਸਈ ਇਹ ਆਏ, ਸਫਲ ਤਿਨਾ ਕੇ ਕਾਮਾ। ਜਨਮ ਮਰਨ ਤਹੁ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸਵਾਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਗ ਸਪਾਰੀ। ਸੰਤਹੁ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਸੰਤਹੁ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਕਾਮ ਕ੍ਰੋਧ ਅਹੰਕਾਰ ਵਿਗੂਤੇ, ਹਰ ਸਿਮਰਨ ਕਰ ਹਰ ਜਨ ਛੂਟੇ। ਕਾਮ ਕ੍ਰੋਧ ਅਹੰਕਾਰ ਵਿਗੂਤੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਅੰਤਰਜਾਮੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਹੋ ਰਹੀ ਹੈ। ਅੰਮ੍ਰਿਤ ਵੇਲੇ ਤੋਂ ਵਡਭਾਗੀ ਗੁਰਸਿੱਖ ਮਾਈ ਭਾਈ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ। ਮਹਾਰਾਜ ਜੀ ਦੇ ਦਰਸ਼ਨ ਦੀਦਾਰ, ਗੁਰੂ ਕੀ ਸੰਗਤ, ਗੁਰਬਾਣੀ, ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ, ਗੁਰੂ ਚਰਨਾਂ ਅੰਦਰ ਅਰਦਾਸ ਬੇਨਤੀ, ਪਾਵਨ ਸ਼੍ਰੀ ਮੁਖਵਾਕ ਸੰਗਤ ਰੂਪ ਦੇ ਅੰਦਰ ਸੁਣਨਾ ਕੀਤਾ ਹੈ।
ਅੱਜ ਸਿੱਖ ਪੰਥ ਦੇ ਮਹਾਨ ਸੂਰਬੀਰ ਕਰਨੀ ਦੇ ਪੂਰੇ ਸੂਰੇ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਮਹਾਂਪੁਰਖਾਂ ਦਾ ਜਨਮ ਦਿਹਾੜਾ, ਉਹਨਾਂ ਮਹਾਂਪੁਰਖਾਂ ਦੇ ਜਨਮ ਅਸਥਾਨ ਪਿੰਡ ਰੋਡੇ ਵਿਖੇ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਐਸੇ ਮਹਾਂਪੁਰਖ ਜਿਨ੍ਹਾਂ ਦਾ ਸੰਸਾਰ 'ਤੇ ਆਉਣਾ ਵੀ ਤੰਤਾ ਦੇ ਯੋਗ ਹੈ। ਇਕੱਲੇ ਮਹਾਂਪੁਰਖ ਨਹੀਂ, ਉਹ ਸੂਰਬੀਰ ਮਹਾਨ ਯੋਧੇ ਵੀ ਸਨ। ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀ ਵਿਚਾਰ ਵੀ ਆਪਾਂ ਕਰਨੀ ਹੈ। ਨਾਲ ਨਾਲ ਜੋ ਲੜੀਵਾਰ ਤੁਰਕੀ ਗੁਰਬਾਣੀ ਦੀ ਕਥਾ ਆਰੰਭ ਹੈ, ਇਹ ਵਿਚਾਰ ਵੀ ਕਰਨੀ ਹੈ। ਰਚਨਾ ਨੂੰ ਕਰੀਏ ਪਵਿੱਤਰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਮਹਾਂਪੁਰਖਾਂ ਦੇ ਜੀਵਨ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਆਪ ਰਚਨਾ ਤੇ ਵਸ ਕੇ ਕਰਵਾ ਲੈਣ। ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਆਸਾ ਰਾਗ ਹੈ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਕ ਪਵਿੱਤਰ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਅੰਦਰ ਇਹ ਸ਼ਬਦ ਹੈ। 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਇਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਅਤੇ ਮਾਤਾ ਨਿਹਾਲ ਕੌਰ। ਬਾਬਾ ਜੋਗਿੰਦਰ ਸਿੰਘ ਜੀ ਗੁਰਸਿੱਖੀ ਦੇ ਵਿੱਚ ਪਰਪੱਕ ਹਨ, ਅੰਮ੍ਰਿਤ ਵੇਲਾ ਸੰਭਾਲਦੇ ਹਨ, ਨਿਤਨੇਮ ਬਾਣੀਆਂ ਦਾ ਜਾਪ, ਸੁਖਮਣੀ ਸਾਹਿਬ ਦਾ ਜਾਪ ਤੇ ਧਰਮ ਦੀ ਕਿਰਤ ਨਾਲ ਖੇਤੀ ਵੀ ਕਰਦੇ ਹਨ। ਮਾਤਾ ਨਿਹਾਲ ਕੌਰ ਗੁਰਸਿੱਖੀ ਦੇ ਅੰਦਰ ਪਰਪੱਕ ਹਨ, ਚਾਹੇ ਘਰ ਦੇ ਅੰਦਰ ਪਹਿਲਾਂ 6 ਭਰਾ ਹਨ। ਸਮਾਂ ਆਇਆ 2 ਜੂਨ 1947 ਨੂੰ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਮਹਾਂਪੁਰਖਾਂ ਦਾ ਜਨਮ ਹੁੰਦਾ ਹੈ। ਘਰ ਦੇ ਵਿੱਚ ਗੁਰਸਿੱਖੀ ਹੈ, ਗੁਰਸਿੱਖੀ ਦੀ ਮਰਿਆਦਾ ਬਾਰੇ ਪਤਾ ਹੈ। ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਹੁਣਾਂ ਨੇ ਇੱਕ ਸਰਬਲੋਹ ਦਾ ਬਾਟਾ ਲਿਆ, ਸ਼੍ਰੀ ਸਾਹਿਬ ਲਈ ਤੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਕੀਤਾ, ਅੰਮ੍ਰਿਤ ਤਿਆਰ ਕੀਤਾ। ਉਹ ਅੰਮ੍ਰਿਤ ਮਹਾਂਪੁਰਖਾਂ ਦੇ ਮੁਖਾਰ ਬਿੰਦ ਵਿੱਚ, ਮੁੱਖ ਵਿੱਚ ਪਾਇਆ। ਉਪਰੰਤ ਦੀਨ ਦੁਨੀਆ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਰਦਾਸ ਕਰਕੇ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਹੈ, ਉਹ ਚੰਗੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਨਾਮ ਰੱਖਣ ਦੀ ਆਗਿਆ ਬਖਸ਼ੋ। ਸਤਿਗੁਰੂ ਮਹਾਰਾਜ ਜੀ ਦਾ ਫੁਰਮਾਨ ਆਇਆ, ਤਨਾਸਰੀ ਮਹੱਲਾ ਪੰਜਵਾ। ਜਿਸਕਾ ਤਨ ਮਨ ਤਨ ਸਭ ਤਿਸਕਾ, ਸੋਈ ਸੁਗੜ ਸੁਜਾਨੀ।
ਜਿਨੇ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪਹਿ ਮਾਨੀ। ਤੇ ਮਹਾਂਪੁਰਖਾਂ ਦਾ ਨਾਮ ਰੱਖਿਆ ਗਿਆ ਭਾਈ ਜਰਨੈਲ ਸਿੰਘ। ਸਮਾਂ ਆਪਣੀ ਚਾਲ ਚੱਲਿਆ। ਮਹਾਂਪੁਰਖਾਂ ਦੇ ਦਾਦੀ ਮਾਤਾ ਆਨੰਦ ਕੌਰ ਆਪਣੀ ਗੋਦ ਵਿੱਚ ਬਿਠਾ ਕਰਕੇ ਵਾਹਿਗੁਰੂ ਮੰਤਰ, ਮੂਲ ਮੰਤਰ ਦਾ ਜਾਪ ਕਰਦੇ ਹਨ। ਜਦੋਂ ਮਹਾਂਪੁਰਖਾਂ ਦੀ ਉਮਰ 3 ਸਾਲ ਦੀ ਹੁੰਦੀ ਹੈ ਤੇ ਇਹਨਾਂ ਦੀ ਦਾਦੀ ਜੀ ਹੁਣਾਂ ਨੇ ਇਹਨਾਂ ਨੂੰ ਮੂਲ ਮੰਤਰ ਜਿਹੜਾ ਹੈ ਜ਼ੁਬਾਨੀ ਕੰਠ ਕਰਵਾ ਦਿੱਤਾ ਹੈ। ਫਿਰ ਜਦੋਂ 5 ਸਾਲ ਦੀ ਉਮਰ ਹੁੰਦੀ ਹੈ ਤੇ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਆਪਣੇ ਸਪੁੱਤਰ, ਕਿਉਂਕਿ ਭਾਈ ਜਰਨੈਲ ਸਿੰਘ ਸ਼ਬਦ ਜਿਹੜਾ ਹੈ ਹੁਣ ਬੜਾ ਛੋਟਾ ਹੈ, ਕਿਉਂਕਿ ਬਹੁਤ ਵੱਡੀ ਕੌਮ ਦੇ ਵਾਸਤੇ ਉਹਨਾਂ ਨੇ ਸੇਧ ਦਿੱਤੀ। ਉਹਨਾਂ ਦੇ ਬੋਲ ਸੁਣ ਕਰਕੇ ਜਿਹੜੇ ਨਾਸਤਿਕ ਸਨ ਉਹ ਵੀ ਅੰਮ੍ਰਿਤਧਾਰੀ ਬਣ ਗਏ। ਇਸ ਕਰਕੇ ਮੈਂ ਸ਼ਬਦ ਵਰਤ ਰਿਹਾ ਮਹਾਂਪੁਰਖ। ਮਹਾਂਪੁਰਖਾਂ ਨੂੰ ਅਤੇ ਇਹਨਾਂ ਦੇ ਭਰਾਤਾ ਭਾਈ ਹਰਜੀਤ ਸਿੰਘ ਹੁਣਾਂ ਨੂੰ ਨਗਰ ਦੇ ਅੰਦਰ ਸਕੂਲ ਹੈ, ਘਰ ਦੇ ਕੋਲ ਸਕੂਲ ਹੈ, ਜਿੱਥੇ ਹੁਣ ਮਹਾਂਪੁਰਖਾਂ ਦੀ ਯਾਦ ਅੰਦਰ ਬਹੁਤ ਵੱਡਾ ਸਥਾਨ ਬਣਿਆ ਹੋਇਆ ਹੈ। ਉਹਦੇ ਨੇੜੇ ਇੱਕ ਛੋਟਾ ਜਿਹਾ ਸਕੂਲ ਹੈ, ਉੱਥੇ ਮਹਾਂਪੁਰਖਾਂ ਨੂੰ ਪੜ੍ਹਨ ਪਾਇਆ ਗਿਆ। ਸਾਧ ਸੰਗਤ ਜੀ 4 ਜਮਾਤਾਂ ਕੀਤੀਆਂ ਨੇ ਤੇ ਮਹਾਂਪੁਰਖਾਂ ਦੀ ਬੁੱਧੀ ਬੜੀ ਤੀਖਣ ਹੈ ਤੇ 4 ਜਮਾਤਾਂ ਤੋਂ ਬਾਅਦ ਜਿੱਥੇ ਖਾਲਸਾ ਕਾਲਜ ਬਣਿਆ ਹੋਇਆ ਹੈ GTB ਗੜ੍ਹ ਦੇ ਕੋਲ, ਉੱਥੇ ਮਹਾਂਪੁਰਖਾਂ ਨੂੰ 5ਵੀਂ ਜਮਾਤ ਅੰਦਰ ਪਾਇਆ ਗਿਆ ਹੈ ਤੇ 5ਵੀਂ ਜਮਾਤ ਦੇ ਅੰਦਰ ਪੜ੍ਹ ਰਹੇ ਨੇ। 5ਵੀਂ ਜਮਾਤ ਪਾਸ ਕਰ ਲਈ, 6ਵੀਂ ਜਮਾਤ ਦੇ ਵਿੱਚ ਹੋ ਗਏ ਨੇ ਤੇ ਮਹਾਂਪੁਰਖ ਕਹਿਣ ਲੱਗੇ ਆਪਣੇ ਪਿਤਾ ਜੀ ਨੂੰ, ਕਿਉਂਕਿ ਸਾਧ ਸੰਗਤ ਜੀ ਹਰ ਸਾਲ ਦਮਦਮੀ ਟਕਸਾਲ ਦੇ 12ਵੇਂ ਮੁਖੀ ਵਿਦਿਆ ਮਾਰਤੰਡ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਿਹੜਾ ਜਥਾ ਹੈ ਹਰ ਸਾਲ ਨਗਰ ਰੋਡੇ ਵਿਖੇ ਆਇਆ ਕਰਦਾ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਖ ਵੀ ਆਇਆ ਕਰਦੇ ਸਨ ਤੇ ਇਸ ਨਗਰ ਦੇ ਅੰਦਰ ਸਾਧ ਸੰਗਤ ਜੀ 1 ਮਹੀਨਾ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਸਨ। ਤੇ ਮਹਾਂਪੁਰਖਾਂ ਨੇ ਕਥਾ ਕੀਤੀ ਤੇ ਕਥਾ ਦੇ ਅੰਦਰ ਬੜਾ ਆਨੰਦ ਬੱਝਿਆ, ਕਿਉਂਕਿ ਮਹਾਂਪੁਰਖਾਂ ਤੇ ਕਲਗੀਧਰ ਮਹਾਰਾਜ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਤੇ ਮਹਾਂਪੁਰਖਾਂ ਨੇ ਕਥਾ ਕਰਦਿਆਂ ਕਰਦਿਆਂ ਭਾਈ ਗੁਦਰੀਆ ਜੀ ਦੀ ਸਾਖੀ ਸੁਣਾਈ ਕਿ ਉਹ 21 ਪਾਠ ਜਪਜੀ ਸਾਹਿਬ ਦੇ ਕਰਿਆ ਕਰਦੇ ਸਨ, ਜਿਸ ਕਰਕੇ ਉਹਨਾਂ ਦਾ ਇੱਕ ਨਿਯਮ ਸੀ ਕਿ ਜਿੰਨਾ ਚਿਰ 21 ਪਾਠ ਨਾ ਕਰਨ ਉਹਨਾਂ ਚਿਰ ਜਲ ਪਾਣੀ ਨਹੀਂ ਸੀ ਛਕਦੇ। ਉਹਨਾਂ ਤੇ ਮਹਾਰਾਜ ਜੀ ਦੀ ਕਿਰਪਾ ਹੋਈ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ। ਮਹਾਂਪੁਰਖਾਂ ਨੇ ਵੱਡਿਆਂ ਮਹਾਂਪੁਰਖਾਂ ਦੀ ਕਥਾ ਸੁਣੀ ਤੇ ਆਪਣੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਮੈਂ ਵੀ ਹੁਣ ਗੁਰਮਤਿ ਦੀ ਵਿੱਦਿਆ ਪੜ੍ਹਨਾ ਚਾਹੁੰਦਾ ਹਾਂ। ਮਹਾਂਪੁਰਖਾਂ ਦੇ ਸਤਿਕਾਰਯੋਗ ਪਿਤਾ ਜੀ ਪਹਿਲਾਂ ਹੀ ਗੁਰਸਿੱਖੀ ਦੇ ਵਿੱਚ ਪਰਪੱਕ ਹਨ, ਖੁਦ ਸੁਬਾਹ ਦੀ ਸ਼ਾਮ ਦੀ ਕਥਾ ਕਰਦੇ ਨੇ। ਜਪਜੀ ਸਾਹਿਬ ਦੀ ਸੰਥਿਆ ਕਰਵਾਈ, ਜਪਜੀ ਸਾਹਿਬ ਕੰਠ ਕੀਤਾ ਤੇ ਨਾਲ ਕਿਹਾ ਕਿ ਮਹਾਰਾਜ ਜੀ ਦੇ ਚਰਨਾਂ ਅੰਦਰ ਬੇਨਤੀ ਕਰਕੇ ਅਰਦਾਸ ਕਰਕੇ ਫਿਰ ਪਾਠ ਆਰੰਭ ਕਰਿਓ। ਉਸ ਵਕਤ ਸਾਧ ਸੰਗਤ ਜੀ ਮਹਾਂਪੁਰਖਾਂ ਦੀ ਜਿਹੜੀ ਉਮਰ ਸੀ ਉਹ ਕੇਵਲ 13 ਸਾਲ ਦੀ ਹੈ। 21 ਪਾਠ ਰੋਜ਼ ਕਰਦੇ ਹਨ, ਨਾਲ ਘਰ ਦਾ ਵੀ ਕੰਮ ਕਰਦੇ ਨੇ। ਘਰ ਵਿੱਚ ਪਸ਼ੂ ਵੀ ਬੜੇ ਨੇ, ਪੱਠੇ ਵੀ ਆਪ ਵੱਢ ਕੇ ਲਿਆਉਂਦੇ ਨੇ। ਘਰ ਦੇ ਵਿੱਚ ਮੋਟਰ ਹੈ, ਪੱਠਿਆਂ ਨੂੰ ਮੋਟਰ ਨਹੀਂ, ਵਾਹਿਗੁਰੂ ਬਲਦ ਹਨ। ਉਹਨਾਂ ਸਮਿਆਂ ਅੰਦਰ ਮਸ਼ੀਨਰੀ ਯੁੱਗ ਨਹੀਂ ਸੀ, ਪਰ ਮਹਾਂਪੁਰਖ ਹੱਥੀਂ ਪੱਠੇ ਬਹੁਤ ਕੁਰਤਰਿਆ ਕਰਦੇ ਸਨ। ਨਾਲ ਨਾਲ ਸਾਧ ਸੰਗਤ ਜੀ 21 ਪਾਠ ਜਪਜੀ ਸਾਹਿਬ ਦੇ
21 ਤੋਂ ਬਾਅਦ ਹੌਲੀ ਹੌਲੀ ਵੱਧਦੇ ਗਏ। ਹਰ ਸਾਲ ਦੀ ਤਰ੍ਹਾਂ ਜਥਾ ਫਿਰ ਇਸ ਵਾਰ ਮਹਾਂਪੁਰਖਾਂ ਦੀ ਅਗਵਾਈ ਦੇ ਅੰਦਰ ਨਗਰ ਰੋਡੇ ਵਿਖੇ ਆਉਂਦਾ ਹੈ। ਇੱਥੋਂ ਦੇ ਇੱਕ ਮਹਾਂਪੁਰਖ ਹੋਏ ਨੇ ਸੰਤ ਬਾਬਾ ਕਿਰਪਾਲ ਸਿੰਘ ਜੀ। ਉਹਨਾਂ ਦੇ ਸਥਾਨ 'ਤੇ ਮਹਾਂਪੁਰਖਾਂ ਦਾ ਜਥਾ ਠਹਿਰਦਾ। ਨਗਰ ਦੇ ਵਿੱਚ ਸਾਧ ਸੰਗਤ ਜੀ ਬੜਾ ਸਿੱਖ ਸੰਗਤਾਂ ਨੂੰ ਚਾਅ ਚੜ੍ਹਨਾ ਕਿ ਭਿੰਡਰਾਂ ਵਾਲਾ ਜਥਾ ਆਇਆ ਹੈ। ਮਹਾਂਪੁਰਖਾਂ ਨੇ ਕਥਾ ਕਰਨੀ। ਕਥਾ ਤੋਂ ਬਾਅਦ ਸੁਬਾਹ ਅਤੇ ਸ਼ਾਮ ਨੂੰ ਜਥੇ ਦੇ ਸਿੰਘਾਂ ਦਾ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਹੈ ਉਹ ਸਾਧ ਸੰਗਤ ਜੀ ਘਰਾਂ ਦੇ ਵਿੱਚ ਕੀਤਾ ਜਾਂਦਾ। ਇਸ ਵਾਰ ਪ੍ਰਬੰਧ ਬਾਬਾ ਜੋਗਿੰਦਰ ਸਿੰਘ ਜੀ ਨੇ ਆਪਣੇ ਘਰ ਵਿੱਚ ਕੀਤਾ। ਮਹਾਂਪੁਰਖ ਆਏ, ਜਥਾ ਆਇਆ, ਸਾਰੇ ਜਥੇ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਤੇ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਕਹਿਣ ਲੱਗੇ ਬਾਬਾ ਜੋਗਿੰਦਰ ਸਿੰਘ ਜੀ ਉਹਨਾਂ ਨੂੰ ਕਿ ਤੁਹਾਡੇ ਘਰ ਅੰਦਰ ਕਿੰਨੇ ਪੁੱਤਰ ਹਨ। ਮਹਾਂਪੁਰਖਾਂ ਦੇ ਬੋਲ ਸੁਣੇ। ਬਾਬਾ ਜੋਗਿੰਦਰ ਸਿੰਘ ਜੀ ਕਹਿਣ ਲੱਗੇ ਮਹਾਂਪੁਰਖੋ 7 ਪੁੱਤਰ ਹਨ। ਵੱਡੇ ਮਹਾਂਪੁਰਖ ਕਹਿਣ ਲੱਗੇ ਸਾਨੂੰ ਦਿਓ, ਅਸੀਂ ਜਥੇ ਵਿੱਚ ਰਹਿ ਕੇ ਗੁਰਮਤ ਦੀ ਵਿਦਿਆ ਪੜ੍ਹਾਵਾਂਗੇ। 7 ਪੁੱਤਰ ਘਰ ਦੇ ਵਿੱਚ ਹਨ, ਸਿੰਘਾਂ ਨੂੰ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਛਕਾ ਰਹੇ ਨੇ ਤੇ ਬਾਬਾ ਜੋਗਿੰਦਰ ਸਿੰਘ ਜੀ ਹੁਣਾਂ ਨੇ 7 ਹੀ ਸੁਪੁੱਤਰ ਜਿਹੜੇ ਹਨ ਸੱਦੇ ਹਨ ਤੇ ਕਹਿਣ ਲੱਗੇ ਮਹਾਂਪੁਰਖੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਲੈ ਜਾਓ। ਸਭ ਤੋਂ ਛੋਟੇ ਨੇ ਮਹਾਂਪੁਰਖ ਭਾਈ ਜਰਨੈਲ ਸਿੰਘ ਜੀ। ਗੁਰੂ ਅਰਜਨ ਸਾਹਿਬ ਜੀ ਜ਼ਿਕਰ ਕਰਦੇ ਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਤੇ ਮਹਾਂਪੁਰਖਾਂ ਨੇ ਭਾਈ ਜਰਨੈਲ ਸਿੰਘ ਦੇ ਸੀਸ 'ਤੇ ਹੱਥ ਰੱਖ ਦਿੱਤਾ ਕਿ ਬਾਬਾ ਜੋਗਿੰਦਰ ਸਿੰਘ ਜੀ ਇਹ ਭਚੰਗੀ ਸਾਨੂੰ ਦਿਓ। ਬਾਬਾ ਜੋਗਿੰਦਰ ਸਿੰਘ ਜੀ ਕਹਿਣ ਲੱਗੇ ਮਹਾਂਪੁਰਖੋ 7 ਬਚਨ। ਇਹਨਾਂ ਦੇ ਭੈਣ ਦਾ ਵਿਆਹ ਰੱਖਿਆ ਹੋਇਆ ਹੈ ਬੀਬੀ ਇੰਦਰਜੀਤ ਕੌਰ ਦਾ ਤੇ ਵਿਆਹ ਤੋਂ ਬਾਅਦ ਅਸੀਂ ਜਥੇ ਵਿੱਚ ਭੇਜ ਦੇਵਾਂਗੇ। ਸਮਾਂ ਆਪਣੀ ਚਾਲ ਚੱਲਿਆ। ਮਹਾਂਪੁਰਖਾਂ ਦੀ ਭੈਣ ਦਾ ਵਿਆਹ ਹੋਇਆ। ਵਿਆਹ ਤੋਂ ਬਾਅਦ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਜਥੇ ਵਿੱਚ ਪੱਕੇ ਤੌਰ 'ਤੇ ਜਾਂਦੇ ਹਨ। ਉਦੋਂ ਸਾਧ ਸੰਗਤ ਜੀ ਜਿਹੜਾ ਜਥਾ ਹੈ ਗੁਰਦੁਆਰਾ ਨਾਭਾ ਸਾਹਿਬ ਵਿਖੇ ਉੱਥੇ ਕਥਾ ਦਾ ਪ੍ਰਚਾਰ ਕਰ ਰਹੇ ਨੇ ਤੇ ਜਾ ਕਰਕੇ ਮਹਾਂਪੁਰਖਾਂ ਨੂੰ ਫਤਿਹ ਬੁਲਾਈ ਤੇ ਮਹਾਂਪੁਰਖਾਂ ਨੇ ਸਾਰੀ ਸੁਖ ਸ਼ਾਂਤ ਪੁੱਛੀ ਹੈ। ਤੇ ਉਸ ਵਕਤ ਵੱਡੇ ਮਹਾਂਪੁਰਖਾਂ ਨੇ ਭਾਈ ਕਰਤਾਰ ਸਿੰਘ ਪ੍ਰੇਮੀ ਜੀ ਨੂੰ ਬੁਲਾਇਆ, ਜਿਨ੍ਹਾਂ ਨੇ ਸਾਧ ਸੰਗਤ ਜੀ 17 ਵਾਰ ਗੁਰਬਾਣੀ ਦੀ ਸੰਥਿਆ ਕੀਤੀ ਹੈ। ਅਸੀਂ ਇੱਕ ਵਾਰ ਸੰਥਿਆ ਕਰਕੇ ਕਹਿੰਦੇ ਸੀ ਪਾਠੀ ਬਹੁਤ ਵੱਡੇ ਬਣ ਗਏ। 17 ਵਾਰ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ। ਬੇਅੰਤ ਗੁਰੂ ਕੇ ਸਿੱਖਾਂ ਨੂੰ ਸੰਥਿਆ ਬੜੀ ਪ੍ਰੇਮ ਨਾਲ, ਭਾਵਨਾ ਨਾਲ, ਸ਼ਰਧਾ ਨਾਲ ਭਾਈ ਪ੍ਰੇਮੀ ਜੀ ਕਰਾਉਂਦੇ ਰਹੇ ਤੇ ਨਾਲ ਨਾਲ ਸਾਧ ਸੰਗਤ ਜੀ ਬੜਾ ਉਹਨਾਂ ਦਾ ਨਿੱਘਾ ਸੁਭਾਅ ਸੀ। ਰਹੋ ਵਿਚਾਰ ਵੱਡੇ ਮਹਾਂਪੁਰਖਾਂ ਨੇ ਭਾਈ ਕਰਤਾਰ ਸਿੰਘ ਪ੍ਰੇਮੀ ਜੀ ਨੂੰ ਬੁਲਾਇਆ ਕਿ ਇਸ ਭਚੰਗੀ ਨੂੰ ਤੁਸੀਂ ਆਪ ਸੰਥਿਆ ਕਰਾਉਣੀ ਹੈ। ਕਹਿਣ ਲੱਗਾ ਮਹਾਂਪੁਰਖੋ ਠੀਕ ਹੈ। ਪਹਿਲੇ ਦਿਨ ਮਹਾਂਪੁਰਖਾਂ ਦੀ ਸੰਥਿਆ ਵੱਡਿਆਂ ਮਹਾਂਪੁਰਖਾਂ ਨੇ ਆਪ ਆਰੰਭ ਕਰਵਾਈ ਤੇ ਸਾਧ ਸੰਗਤ ਜੀ ਜਥਾ ਜਿਹੜਾ ਹੈ ਸ੍ਰੀ ਨਾਭਾ ਸਾਹਿਬ ਵਿਖੇ ਕਥਾ ਕਰ ਰਿਹਾ ਹੈ ਤੇ ਨੇੜੇ ਗੁਰਦੁਆਰਾ ਹੈ ਸ੍ਰੀ ਲੋਹਗੜ੍ਹ ਸਾਹਿਬ। ਤੇ ਸ਼ਾਮ ਨੂੰ ਮਹਾਂਪੁਰਖਾਂ ਨੇ ਇਤਿਹਾਸ ਦੀ ਕਥਾ ਕੀਤੀ ਤੇ ਦਰਸ਼ਨਾਂ ਵਾਸਤੇ ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਜਾ ਰਹੇ ਨੇ। ਭਾਈ ਜਰਨੈਲ ਸਿੰਘ ਨਾਲ ਨੇ। ਵੱਡੇ ਮਹਾਂਪੁਰਖ ਕਹਿਣ ਲੱਗੇ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾ। ਥੋੜ੍ਹਾ ਜਿਹਾ ਛੇਤੀ ਸੁਣਾਈ ਤੇ ਮਹਾਂਪੁਰਖਾਂ ਦਾ ਤੇ ਪਹਿਲਾਂ ਅਭਿਆਸ ਸੀ ਘਰ ਦੇ ਅੰਦਰ ਹੀ।
ਬੜੀ ਛੇਤੀ ਪਾਠ ਸੁਣਾਇਆ ਜਪਜੀ ਸਾਹਿਬ ਦਾ। ਮਹਾਂਪੁਰਖ ਕਹਿਣ ਲੱਗੇ ਇੱਕ ਹੋਰ ਸੁਣਾ, ਉਹ ਵੀ ਸੁਣਾ ਦਿੱਤਾ। ਕਹਿਣ ਲੱਗੇ ਕਿ ਪਾਠ ਹੋਰ ਸੁਣਾ, ਪਰ ਸੁਣਾਉਣਾ ਬੜਾ ਸਹਿਜ ਅਵਸਥਾ ਦੇ ਅੰਦਰ ਹੈ, ਉਹ ਵੀ ਸੁਣਾ ਦਿੱਤਾ। ਮੱਥਾ ਟੇਕਣ ਤੋਂ ਬਾਅਦ ਵਾਪਸ ਜਥਾ ਫਿਰ ਆਇਆ ਗੁਰਦੁਆਰਾ ਸਾਹਿਬ ਵਿਖੇ, ਤੇ ਭਾਈ ਜਰਨੈਲ ਸਿੰਘ ਹੁਣਾਂ ਨੇ ਭਾਈ ਕਰਤਾਰ ਸਿੰਘ ਪ੍ਰੇਮੀ ਦੇ ਪਾਸੋਂ ਸੰਥਿਆ ਆਰੰਭ ਕਰ ਦਿੱਤੀ। ਤੇ ਮਹਾਂਪੁਰਖਾਂ ਨੇ ਕਿਹਾ ਆਪਣੇ ਉਸਤਾਦ ਭਾਈ ਕਰਤਾਰ ਸਿੰਘ ਪ੍ਰੇਮੀ ਨੂੰ ਕਿ ਗੁਰਬਾਣੀ ਕਿਵੇਂ ਸੁਖੈਨ ਹੋਵੇ। ਉਹਨਾਂ ਨੇ ਕਿਹਾ ਭਾਈ ਜਰਨੈਲ ਸਿੰਘ ਨੂੰ ਕਿ ਗੁਰਬਾਣੀ ਦਾ ਵੱਧ ਤੋਂ ਵੱਧ ਅਭਿਆਸ ਕਰਿਆ ਕਰੋ। ਜਿੱਥੇ ਮਹਾਂਪੁਰਖ 21 ਪਾਠ ਕਰਦੇ ਨੇ, ਹੁਣ ਪਾਠ ਵਧਾ ਰਹੇ ਨੇ। ਨਾਲ ਇੱਕ ਹੋਰ ਬਚਨ ਕਿਹਾ ਕਿ ਤੁਸੀਂ ਮਹੀਨੇ ਅੰਦਰ ਸਹਿਜ ਪਾਠ ਦਾ ਭੋਗ ਪਾਇਆ ਕਰੋ। ਤੇ ਭਾਈ ਜਰਨੈਲ ਸਿੰਘ ਹੁਣੀ ਮਹੀਨੇ ਅੰਦਰ ਸਹਿਜ ਪਾਠ ਦਾ ਭੋਗ ਪਾਉਣ ਲੱਗ ਪਏ। ਇੱਥੇ ਬਸ ਨਹੀਂ, 8 ਘੰਟਿਆਂ ਦੇ ਅੰਦਰ ਸਾਧ ਸੰਗਤ ਜੀ ਆਸਾ ਦੀ ਵਾਰ ਕੰਠ ਕਰ ਲਈ, ਸੁਖਮਨੀ ਸਾਹਿਬ ਕੰਠ ਕਰ ਲਿਆ, ਸੰਥਿਆ ਸੰਪੂਰਨ ਹੋ ਗਈ। ਫਿਰ ਮਹਾਂਪੁਰਖਾਂ ਨੇ ਕਿਹਾ ਕਿ ਜਿਹੜਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਹੁਣਾਂ ਦਾ ਗ੍ਰੰਥ ਹੈ ਸ਼੍ਰੀ ਨਾਨਕ ਪ੍ਰਕਾਸ਼, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਤੇ ਹੋਰ ਜਿਹੜੇ ਗ੍ਰੰਥ ਹਨ ਉਹ ਵੀ ਆਪ ਜਿਨ੍ਹਾਂ ਨੂੰ ਪੜ੍ਹਾਉਣਾ ਕਰੋ। ਮਹਾਂਪੁਰਖਾਂ ਨੇ ਇਹ ਵੀ ਸਾਧ ਸੰਗਤ ਜੀ ਵਿੱਦਿਆ ਪ੍ਰਾਪਤ ਕੀਤੀ। ਵੱਡੇ ਮਹਾਂਪੁਰਖਾਂ ਨੇ ਆਪ ਪੜ੍ਹਾਇਆ ਤੇ ਸਮਾਂ ਆਪਣੀ ਚਾਲ ਚੱਲਦਾ ਗਿਆ। ਇੱਕ ਵਾਰ ਮਹਾਂਪੁਰਖਾਂ ਦੇ ਚਰਨਾਂ ਤੇ ਬੇਨਤੀ ਕੀਤੀ, ਮਹਾਂਪੁਰਖੋ ਸੰਤ ਬਾਬਾ ਜਰਨੈਲ ਸਿੰਘ ਜੀ ਹੁਣਾਂ ਨੇ ਕਿ ਘਰ ਵਿੱਚ ਜਾਣਾ ਹੈ ਤੇ ਆਪ ਜੀ ਆਗਿਆ ਦਿਓ। ਉਦੋਂ ਸਾਧ ਸੰਗਤ ਜੀ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਤਿਕਾਰਯੋਗ ਪਿਤਾ ਬਾਬਾ ਖਜਾਨ ਸਿੰਘ ਹੁਣਾਂ ਦਾ ਸਾਲਾਨਾ ਜੋੜ ਮੇਲਾ, ਸਾਲਾਨਾ ਬਰਸ਼ੀ ਨਗਰ ਭਿੰਡਰ ਕਲਾਂ ਵਿਖੇ ਮਨਾਈ ਜਾ ਰਹੀ ਹੈ। ਇਹ ਜਦੋਂ ਸਮਾਗਮ ਦੀ ਸੰਪੂਰਨਤਾ ਹੋਈ ਤੇ ਭਾਈ ਜਰਨੈਲ ਸਿੰਘ ਹੁਣਾਂ ਨੇ ਮਹਾਂਪੁਰਖਾਂ ਦੇ ਚਰਨਾਂ ਅੰਦਰ ਬੇਨਤੀ ਕੀਤੀ ਕਿ ਆਪ ਜੀ ਆਗਿਆ ਦਿਓ ਕਿ ਹੁਣ ਖੇਤੀ ਜਿਹੜੀ ਪੱਕ ਗਈ ਹੈ, ਮੈਂ ਜਾ ਕਰਕੇ ਵਢਾ ਕਰਕੇ ਵਾਪਸ ਜਥੇ ਵਿੱਚ ਆ ਜਾਵਾਂਗਾ। ਉਦੋਂ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਕੀ ਕੀਤਾ ਹੈ, ਇੱਕ ਜਿਹੜੀ ਦਸਤਾਰ ਹੈ ਉਹ ਮੰਗਵਾਈ ਹੈ ਤੇ ਭਾਈ ਜਰਨੈਲ ਸਿੰਘ ਦੇ ਸੀਸ ਤੇ ਰੱਖ ਦਿੱਤੀ ਤੇ ਨਾਲ ਕੀ ਬਚਨ ਕੀਤਾ ਕਿ ਸਿੱਖੀ ਦੇ ਵਿੱਚ ਪਰਪੱਕ ਰਿਓ, ਨਿਤਨੇਮ ਨਹੀਂ ਛੱਡਣਾ ਤੇ ਜਾ ਕਰਕੇ ਤੁਹਾਡੇ ਪਿਤਾ ਜੀ ਨੂੰ ਮੇਰੀ ਫਤਿਹ ਬੁਲਾਇਓ। ਕਿਉਂਕਿ 22 ਫਰਵਰੀ ਨੂੰ ਮਹਾਂਪੁਰਖਾਂ ਨੂੰ ਅੰਮ੍ਰਿਤ ਵੀ ਭਿੰਡਰ ਕਲਾਂ ਵਿਖੇ ਵੱਡਿਆਂ ਮਹਾਂਪੁਰਖਾਂ ਨੇ ਆਪ 50 ਪਿਆਰਿਆਂ ਵਿੱਚ ਲੱਗ ਕੇ ਛਕਾਇਆ। ਉਦੋਂ ਸਾਧ ਸੰਗਤ ਜੀ ਬਾਬਾ ਠਾਕੁਰ ਸਿੰਘ ਜੀ ਵੀ ਜਥੇ ਵਿੱਚ ਸਨ। ਉਹਨਾਂ ਦੇ ਮਨ ਅੰਦਰ ਸ਼ੰਕਾ ਹੋਈ ਕਿ ਮਹਾਂਪੁਰਖਾਂ ਦੇ ਪਾਸੋਂ ਬੇਅੰਤ ਵਿਦਵਾਨ ਬਣੇ, ਉੱਚ ਚੋਟੀ ਦੇ ਵਿਦਵਾਨ ਕਥਾਵਾਚਕ ਬਣੇ, ਜਿਹੜੇ ਵੱਡੇ ਵੱਡੇ ਪਦਵੀਆਂ ਤੇ ਬੈਠੇ ਨੇ, ਸਿੰਘ ਸਾਹਿਬ ਦੀਆਂ ਪਦਵੀਆਂ ਤੇ, ਉਹਨਾਂ ਦਾ ਸਤਿਕਾਰ ਵੀ ਮਹਾਂਪੁਰਖਾਂ ਨੇ ਬੜਾ ਕੀਤਾ। ਕਿਸੇ ਨੂੰ ਸ਼੍ਰੀ ਸਾਹਿਬ ਭੇਟਾ ਕੀਤੀ, ਕਿਸੇ ਨੂੰ ਮਾਇਆ ਭੇਟਾ ਕੀਤੀ, ਕਿਸੇ ਨੂੰ ਬਸਤਰ ਭੇਟਾ ਕੀਤੇ, ਪਰ ਕਿਸੇ ਸਿੰਘ ਦੇ ਸੀਸ ਦੇ ਉੱਪਰ ਦਸਤਾਰ ਨਹੀਂ ਸੀ ਰੱਖੀ। ਪਰ ਬਾਬਾ ਠਾਕੁਰ ਸਿੰਘ ਜੀ ਕੁਝ ਬੋਲੇ ਨਹੀਂ। ਸਮਾਂ ਆਪਣੀ ਚਾਲ ਚੱਲਿਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਗੜਵਈ ਸਨ। ਸੰਤ ਗਿਆਨੀ ਕਰਤਾਰ ਸਿੰਘ ਜੀ, ਜਿਨ੍ਹਾਂ ਦੀ ਬਹੁਤ ਵੱਡੀ ਸਾਧਨਾ ਹੈ, ਬੜੀ ਵੱਡੀ ਬੰਦਗੀ ਹੈ। ਇੱਥੋਂ ਤੱਕ ਕਿ ਉਹਨਾਂ ਮਹਾਂਪੁਰਖਾਂ ਨੂੰ 5 ਗ੍ਰੰਥੀ ਜ਼ੁਬਾਨੀ ਕੰਠ ਹੈ ਤੇ ਉਹ ਵੀ ਮਹਾਂਪੁਰਖ ਸਾਧ ਸੰਗਤ ਜੀ ਮਹੀਨੇ ਅੰਦਰ ਸਹਿਜ ਪਾਠ ਦਾ ਭੋਗ ਪਾਇਆ ਕਰਦੇ ਸਨ। ਤੇ ਜਿਸ ਵਕਤ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਾਕ ਪਵਿੱਤਰ ਸਥਾਨ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬਹੁਤ ਵੱਡਾ ਜਿਹੜਾ
ਜੋੜ ਮੇਲਾ ਹੈ ਕਲਗੀਧਰ ਪਿਤਾ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ। ਉੱਥੇ ਵੱਡੇ ਮਹਾਂਪੁਰਖ ਕਥਾ ਕਰ ਰਹੇ ਨੇ ਤੇ ਕਥਾ ਦੇ ਵਿੱਚ ਬਚਨ ਕੀਤੇ ਕਿ ਸਾਡੇ ਤੋਂ ਬਾਅਦ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਹੋਣਗੇ। ਬਾਬਾ ਠਾਕੁਰ ਸਿੰਘ ਜਥੇ ਵਿੱਚ ਹਨ। ਸਮਾਂ ਆਪਣੀ ਚਾਲ ਚੱਲਿਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਹੁਣਾਂ ਨੂੰ ਅਭਿਆਸੀ ਕਹਿ ਕੇ ਸਤਿਕਾਰਿਆ ਜਾਂਦਾ ਸੀ ਕਿ ਭਾਈ ਜਰਨੈਲ ਸਿੰਘ ਜੀ ਅਭਿਆਸੀ। ਤੇ ਸਾਧ ਸੰਗਤ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਟਕਸਾਲ ਦੇ ਮੁਖੀ ਬਣ ਗਏ। ਇਹਨਾਂ ਮਹਾਂਪੁਰਖਾਂ ਨੇ ਡਟ ਕਰਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਇਕੱਲਾ ਪ੍ਰਚਾਰ ਨਹੀਂ, ਜਿਹੜਾ ਧਰਮ ਯੁੱਧ ਮੋਰਚਾ ਲੱਗਿਆ ਉਹਦੇ ਮੁੱਢ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਨਹੀਂ ਰੱਖੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਤਾਬਦੀ ਦਿੱਲੀ ਦੇ ਲਾਲ ਕਿਲ੍ਹੇ ਤੇ ਬਹੁਤ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ, ਉੱਥੇ ਵੱਡੇ ਵੱਡੇ ਲੀਡਰ, ਬਹੁਤ ਵੱਡਾ ਇਕੱਠ ਹੈ ਤੇ ਹਿੰਦੁਸਤਾਨ ਦੀ ਜਿਹੜੀ ਪ੍ਰਧਾਨ ਮੰਤਰੀ ਹੈ ਇੰਦਰਾ ਗਾਂਧੀ, ਉਹ ਵੀ ਆਉਂਦੀ ਹੈ ਤੇ ਸਾਰੇ ਜਿਹੜੇ ਲੀਡਰ ਨੇ ਖੜੇ ਹੋ ਜਾਂਦੇ ਨੇ। ਸਾਰੇ ਭਾਸ਼ਣ ਦਿੰਦੇ ਨੇ, ਇੱਥੋਂ ਤੱਕ ਕਿ ਇੰਦਰਾ ਗਾਂਧੀ ਵੀ ਬੋਲਦੀ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਬਹੁਤ ਵੱਡੀ ਹੈ, ਅਸੀਂ ਵੱਡੇ ਪੱਧਰ ਤੇ ਸਮਾਗਮ ਮਨਾ ਰਹੇ ਹਾਂ। ਸੰਤ ਗਿਆਨੀ ਕਰਤਾਰ ਸਿੰਘ ਜੀ ਹੁਣਾਂ ਦੀ ਜਦੋਂ ਸਟੇਜ ਤੇ ਵਾਰੀ ਆਉਂਦੀ ਹੈ ਨਾ, ਤੇ ਮਹਾਂਪੁਰਖਾਂ ਨੇ ਜਿਹੜਾ ਕਥਾ ਦੀ ਰਮਤਾ ਹੈ, ਸਪੀਚ ਦੀ ਰਮਤਾ ਇੱਥੋਂ ਕੀਤੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਮਹਾਂਪੁਰਖ ਕਹਿਣ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਕੋਈ ਵੱਡਾ ਨਹੀਂ। ਠੀਕ ਹੈ, ਬੀਬੀ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਹੈ, ਜਿਵੇਂ ਆਮ ਸੰਗਤ ਆਉਂਦੀ ਹੈ ਇਸ ਤਰ੍ਹਾਂ ਆਉਣ ਦਿਓ, ਪਰ ਤੁਸੀਂ ਖੜ ਕਰਕੇ ਮਹਾਰਾਜ ਜੀ ਦਾ ਨਿਰਾਦਰ ਕੀਤਾ ਹੈ। ਦੂਸਰੀ ਗੱਲ, ਜਿੱਡੀ ਵੱਡੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਹੈ, ਜਿੰਨੇ ਤੁਹਾਡੇ ਰੋਮ ਹਨ ਸਾਰੇ ਕੁਰਬਾਨ ਕਰ ਦਿਓ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਮੁੱਲ ਤੁਸੀਂ ਫਿਰ ਵੀ ਨਹੀਂ ਦੇ ਸਕਦੇ। ਉੱਥੇ ਸਾਧ ਸੰਗਤ ਜੀ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਕੌਣ ਹੈ, ਇਸ ਨੂੰ ਗੱਡੀ ਚੜਾ ਦਿਓ। ਨਾਲ ਦੇ ਉਹਦੇ ਸਾਥੀਆਂ ਨੇ, PA ਨੇ ਕਿਹਾ ਕਿ ਨਹੀਂ, ਇਹ ਟਕਸਾਲ ਦੇ 13ਵੇਂ ਮੁਖੀ ਆ। ਉਸ ਦਿਨ ਤੋਂ ਸਾਧ ਸੰਗਤ ਜੀ ਜਿਹੜੀ ਸਰਕਾਰ ਦੇ ਨਾਲ ਜਿਹੜੀ ਟੱਕਰ ਹੈ ਸ਼ੁਰੂ ਹੋ ਗਈ। ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਨੇ 27 ਜਿਹੜੇ ਵੱਡੇ ਨਗਰ ਕੀਰਤਨ ਕੱਢੇ ਤੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਜਥੇ ਵਿੱਚ ਹਨ। ਤੇ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਬਣਦੇ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਦੋਂ ਸਾਧ ਸੰਗਤ ਜੀ ਸੰਤ ਬਾਬਾ ਠਾਕੁਰ ਸਿੰਘ ਜੀ ਨੂੰ ਬਚਨ ਯਾਦ ਆਏ ਪਿੰਡਰ ਕਲਾਂ ਵਿਖੇ, ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੁਣਾਂ ਨੇ ਸੀਸ ਤੇ ਦਸਤਾਰ ਰੱਖ ਕੇ ਬਚਨ ਕਹੇ ਸੀ, ਸਿੱਖੀ ਦੇ ਵਿੱਚ ਪਰਪੱਖ ਰਹਿਣਾ ਹੈ, ਮਰਿਆਦਾ ਦੇ ਵਿੱਚ ਪਰਪੱਖ ਰਹਿਣਾ ਹੈ ਤੇ ਨਾਲ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਸਾਧਨਾ ਕਰਨੀ ਹੈ। ਤੇ ਬਾਬਾ ਠਾਕੁਰ ਸਿੰਘ ਜੀ ਉਹਨਾਂ ਨੇ ਕੁਝ ਸਿੰਘਾਂ ਨਾਲੇ ਬਚਨ ਵੀ ਸਾਂਝਾ ਕੀਤਾ, ਕਿਉਂਕਿ ਵੱਡੇ ਮਹਾਂਪੁਰਖ ਇਹਨਾਂ ਨੂੰ ਆਪ ਘਰ ਦੇ ਵਿੱਚੋਂ ਲੈ ਕੇ ਆਏ ਸਨ। ਸੋ ਇਸ ਤਰ੍ਹਾਂ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਮਹਾਂਪੁਰਖਾਂ ਦੇ ਸਥਾਨ ਗੁਰਦੁਆਰਾ ਸੰਤ ਖਾਲਸਾ ਜਨਮ ਸਥਾਨ ਪਿੰਡ ਰੋਡੇ ਵਿਖੇ ਸਾਧ ਸੰਗਤ ਜੀ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ। ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ, ਸਿੰਘ ਸਾਹਿਬਾਨ ਪਹੁੰਚੇ ਹੋਏ ਹਨ। ਸੋ ਮਹਾਂਪੁਰਖਾਂ ਦੀ ਯਾਦ ਅੰਦਰ ਸਮਾਗਮ ਜਿਹੜਾ ਹੈ ਚੱਲ ਰਿਹਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਐਸੇ ਮਹਾਂਪੁਰਖਾਂ ਦਾ ਸੰਸਾਰ ਤੇ ਆਉਣਾ ਵੀ ਧੰਤਾ ਦੇ ਯੋਗ ਹੈ। ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ, ਉਹਨਾਂ ਦੀ ਮਾਤਾ ਵੀ ਧੰਤਾ ਦੇ ਯੋਗ ਹੈ। ਫਿਰ ਗਰੀਬ ਨਵਾਜ ਕਹਿੰਦੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪਰਵਾਨ ਗਣੀ ਸਈ ਇਹ ਆਏ, ਸਫਲ ਤਿਨਾ ਕੇ ਕਾਮਾ। ਫਿਰ ਗਰੀਬ ਨਵਾਜ ਕਹਿੰਦੇ, ਧੰਨ 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 ਜਨ ਆਇਆ,
ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਭਾਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਮਹਾਂਪੁਰਖਾਂ ਨੂੰ ਹਮੇਸ਼ਾ ਨਮਸਕਾਰ ਹੈ। ਆਓ ਲੜੀਵਾਰ ਕਥਾ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾ। ਆਸਾ ਰਾਗ ਦੇ ਅੰਦਰ ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ। ਕਾਮ ਕਰੋਧ ਅਹੰਕਾਰ ਵਿਗੁਤੇ। ਗਰੀਬ ਨਵਾਜ ਕਹਿੰਦੇ ਜਿਹੜੇ ਪ੍ਰਾਣੀ ਕਾਮ ਦੇ ਅੰਦਰ ਗ੍ਰਸੇ ਗਏ ਹਨ, ਕ੍ਰੋਧ ਦੇ ਅੰਦਰ ਗ੍ਰਸੇ ਗਏ ਹਨ, ਹੰਕਾਰ ਦੇ ਅੰਦਰ ਵਿਗੁਤੇ ਨਾਮ ਭਿੱਜੇ ਪਏ ਹਨ। ਹਰ ਸਿਮਰਨ ਕਰ ਹਰ ਜਨ ਛੂਟੇ। ਪਰ ਦੂਸਰੇ ਪਾਸੇ ਜਿਹੜੇ ਰੱਬ ਦੇ ਪਿਆਰੇ ਨੇ, ਮਹਾਂਪੁਰਖ ਨੇ, ਗੁਰਸਿੱਖ ਨੇ, ਉਹ ਹਰੀ ਦੇ ਨਾਮ ਦਾ ਸਿਮਰਨ ਕਰਦੇ ਨੇ, ਵਾਹਿਗੁਰੂ ਦੀ ਭਗਤੀ ਕਰਦੇ ਨੇ, ਜਿਸ ਕਰਕੇ ਉਹ ਗੁਰਮੁਖ ਜਨ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਨ। ਇਕੱਲੇ ਆਪ ਨਹੀਂ, ਕੀਤੀ ਛੁੱਟੀ ਨਾਲ ਉਹਨਾਂ ਦੀ ਸੰਗਤ ਕਰਕੇ ਬੇਅੰਤ ਲੋਕ ਜਿਹੜੇ ਨੇ ਉਹ ਵੀ ਛੁੱਟ ਜਾਂਦੇ ਨੇ। ਭਾਈ ਗੁਰਦਾਸ ਕਹਿੰਦੇ ਆਪ ਤਰੇ ਤਾਰੇ ਨ ਸਰਿਠਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਪਵਹਿ ਨਾ ਪਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਤੇ ਗਰੀਬ ਨਵਾਜ ਕਹਿੰਦੇ ਭਾਈ ਉਹ ਰੱਬ ਦੇ ਪਿਆਰੇ ਨਾਮ ਜਪ ਕਰਕੇ ਛੁੱਟ ਜਾਂਦੇ ਹਨ। ਸੋਏ ਰਹੇ ਮਾਇਆ ਮਦ ਮਾਤੇ। ਪਰ ਜਿਹੜੇ ਕਹਿੰਦੇ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਪਏ ਨੇ, ਮੋਹ ਦੀ ਨੀਂਦ ਅੰਦਰ ਸੁੱਤੇ ਪਏ ਨੇ, ਮਾਇਆ ਦੇ ਮਦ ਨਸ਼ੇ ਦੇ ਅੰਦਰ ਮਾਤੇ ਜਿਹੜੇ ਮਸਤ ਹਨ, ਜਿਹੜੇ ਮਾਇਆ ਦੇ ਨਸ਼ੇ ਅੰਦਰ ਮਸਤ ਹੋ ਜਾਂਦੇ ਨੇ, ਉਹ ਅਗਿਆਨਤਾ ਦੀ ਨੀਂਦ ਅੰਦਰ ਸੌ ਜਾਂਦੇ ਹਨ। ਜਾਗਤ ਭਗਤ ਸਿਮਰਤ ਹਰ ਰਾਤੇ। ਪਰ ਜਿਹੜੇ ਭਗਤ ਨੇ, ਗੁਰਸਿੱਖ ਨੇ, ਉਹ ਜਾਗਰਤ ਅਵਸਥਾ ਵਿੱਚ ਰਹਿੰਦੇ ਹਨ, ਉਹ ਕਦੀ ਸੌਂਦੇ ਨਹੀਂ ਹਨ। ਸਿਮਰਤ ਹਰ ਰਾਤੇ। ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੇ ਅੰਦਰ ਰਾਤੇ ਉਹ ਭਿੱਜ ਜਾਂਦੇ ਹਨ। ਰਤੇ ਸਈ ਜੇ ਮੁਖ ਨਾ ਮੁੜਨ, ਜਿਨੀ ਸੰਝਾਤਾ ਸਾਈਂ। ਉਹ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਰੰਗ ਅੰਦਰ ਬਹੁਤ ਮਸਤ ਹੋ ਜਾਂਦੇ ਹਨ। ਲਾਲ ਰੰਗ ਜਿਸ ਕੋ ਲੱਗਾ, ਸੋ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਗੁਰਸਿੱਖ ਮਹਾਂਪੁਰਖ ਨਾਮ ਮੰਦਰ ਭਿੱਜ ਜਾਂਦੇ ਹਨ, ਰਹਾਉ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਮੋਹ ਭਰਮ ਬਹੁ ਜੋਨ ਪਵਾਇਆ। ਫਿਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਹੰਕਾਰ ਹੈ, ਕ੍ਰੋਧ ਹੈ, ਤੇ ਫਿਰ ਗਰੀਬ ਨਵਾਜ ਕਹਿੰਦੇ ਕਾਮ ਹੈ, ਐਸੇ ਜਿਹੜੇ ਪ੍ਰਾਣੀ ਨੇ ਉਹਨਾਂ ਅੰਦਰ ਮੋਹ ਵੀ ਹੈ। ਮੋਹ ਦੇ ਕਰਕੇ ਕਹਿੰਦੇ ਭਰਮ ਵਿੱਚ ਪੈ ਜਾਂਦੇ ਹਨ। ਬਹੁ ਬੜੀਆਂ ਜੂਨਾਂ ਦੇ ਅੰਦਰ ਪਰਮਾਇਆ ਉਹਨਾਂ ਨੂੰ ਪਾਉਣਾ ਪੈਂਦਾ ਹੈ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏ ਦਾ। ਜਿਹੜਾ ਇੱਕ ਵਾਰ ਅਕਾਲ ਪੁਰਖ ਵਾਹਿਗੁਰੂ ਦੇ ਦਿੱਤੇ ਹੋਏ ਮਨੁੱਖਾ ਜਾਮੇ ਤੋਂ ਚੁੱਕ ਜਾਂਦਾ ਹੈ, ਵਾਹਿਗੁਰੂ ਦੀ ਭਗਤੀ ਨਹੀਂ ਕਰਦਾ ਹੈ, ਉਹ ਵਾਰ-ਵਾਰ ਜਨਮ ਲੈਂਦਾ ਹੈ, ਵਾਰ-ਵਾਰ ਉਹਦੀ ਮੌਤ ਹੁੰਦੀ ਹੈ। ਕਬੀਰ ਸਾਹਿਬ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਮਾਨਸ ਜਨਮ ਕਾ ਇਹੀ ਲਾਭੋ। ਮਨੁੱਖਾ ਜਨਮ ਦਾ ਇਹੀ ਲਾਭ ਹੈ, ਤੂੰ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ। ਨਹੀਂ ਜਪੇਗਾ ਬਹੁ ਜੋਨ ਪਵਾਇਆ, ਤੈਨੂੰ ਬੜੀਆਂ ਜੂਨਾਂ ਦੇ ਵਿੱਚ ਹੋਣਾ ਪਵੇਗਾ। ਅਸਥਿਰ ਭਗਤ ਹਰ ਚਰਨ ਧਿਆਇਆ। ਜਿਹੜੇ ਰੱਬ ਦੇ ਪਿਆਰੇ ਨੇ ਉਹ ਹਮੇਸ਼ਾ ਲਈ ਟਿਕ ਜਾਂਦੇ ਹਨ। ਉਹਨਾਂ ਦਾ ਹਿਰਦਾ ਜਿਹੜਾ ਹੈ ਉਹ ਸ਼ਾਂਤ ਹੋ ਜਾਂਦਾ ਹੈ, ਉਹਨਾਂ ਨੂੰ ਵਾਹਿਗੁਰੂ ਦੇ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਬੰਧਨ ਅੰਧਕੂਪ ਗ੍ਰਹਿ ਮਾਇਆ। ਗਰੀਬ ਨਵਾਜ ਕਹਿੰਦੇ ਭਾਈ ਜਿਹੜੇ ਸੰਸਾਰ ਦੇ ਬੰਧਨ ਹਨ, ਕੂਪ ਕਹਿੰਦੇ ਅੰਧੇਰੇ ਦੇ ਖੂਹ ਵਾਂਗ ਹੈ। ਫਿਰ ਗਰੀਬ ਨਵਾਜ ਕਹਿੰਦੇ ਬੰਧਨ, ਜੀਵਨ ਨੂੰ ਬੰਧਨ ਪੈ ਜਾਂਦੇ ਨੇ।
ਫਿਰ ਜਿਵੇਂ ਬੰਧਨਾਂ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ ਹੈ, ਫਿਰ ਜੀਵ ਵਾਰ-ਵਾਰ ਜੁਨੀਆਂ ਦੇ ਵਿੱਚ ਆਉਂਦਾ ਹੈ। ਮੁਕਤੇ ਸੰਤ ਬੁਝੈ ਹਰ ਨੀਰਾ। ਪਰ ਜਿਹੜੇ ਰੱਬ ਦੇ ਪਿਆਰੇ ਸੰਤ ਨੇ, ਮਹਾਂਪੁਰਖ ਨੇ, ਕਹਿੰਦੇ ਉਹ ਮੁਕਤ ਰੂਪ ਹਨ। ਕਿਉਂ? ਬੁਝੈ ਪ੍ਰਭ ਨੀਰਾ, ਉਹ ਪ੍ਰਭੂ ਨੂੰ, ਪਰਮਾਤਮਾ ਨੂੰ ਆਪਣੇ ਨੇੜੇ ਸਮਝਦੇ ਹਨ। ਉਹ ਤੇ ਆਖਦੇ ਨੇ, ਨੀਰੈ ਨਾਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਉਹ ਤੇ ਪਰਮਾਤਮਾ ਸਾਡੇ ਅੰਗ ਸੰਗ ਹੈ। ਕਹੂ ਨਾਨਕ ਜੋ ਪ੍ਰਭ ਸਰਣਾਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਪ੍ਰਾਣੀ ਪ੍ਰਭੂ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਹਨ, ਇਹਾਂ ਸੁਖ ਆਗੈ ਗਤ ਪਾਈ। ਜਿਹੜੇ ਪਰਮਾਤਮਾ ਦੇ ਹੁਕਮ ਦੇ ਵਿੱਚ ਹਨ, ਪਰਮਾਤਮਾ ਦੀ ਰਜ਼ਾ ਦੇ ਵਿੱਚ ਹਨ, ਪਰਮਾਤਮਾ ਦੇ ਸਨਮੁਖ ਹਨ, ਪਰਮਾਤਮਾ ਦੀ ਸੰਗਤ ਕਰਦੇ ਹਨ, ਮਹਾਰਾਜ ਕਹਿੰਦੇ ਇਹਾਂ ਸੁਖ, ਉਹਨਾਂ ਨੂੰ ਮਾਤ ਲੋਕ ਦੀ ਧਰਤੀ ਤੇ ਸੁਖ ਮਿਲਦਾ ਹੈ। ਅੱਗੇ ਪਰਲੋਕ ਦੇ ਅੰਦਰ ਗਤ ਨਾਮ ਮੁਕਤੀ ਪ੍ਰਾਪਤ ਕਰਦੇ ਹਨ। ਆਗੇ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਉਹ ਤੇ ਆਖਦੇ ਨੇ, ਸਾਰੀ ਜਿਹੜੀ ਵਿਦਿਆ ਪਰਮਾਤਮਾ ਨੇ ਬਣਾਈ ਹੈ, ਚਾਹੇ ਪਰਲੋਕ ਦੇ ਅੰਦਰ ਨੇ, ਚਾਹੇ ਲੋਕ ਦੇ ਅੰਦਰ ਨੇ। ਉਹਨਾਂ ਦੀ ਤੇ ਐਸੀ ਅਵਸਥਾ ਬਣ ਜਾਂਦੀ ਹੈ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਰੇਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸੁਭ ਦੇਉ। ਭਾਈ ਪ੍ਰਾਣਾ ਜੀ ਹੋਏ ਨੇ ਤੇ ਸਾਧ ਸੰਗਤ ਜੀ, ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਲਾਹੌਰ ਦੀ ਧਰਤੀ ਤੇ ਇਸ ਸਥਾਨ ਤੇ ਰਹਿ ਰਹੇ ਹਨ। ਬੜੇ ਗੁਰਮੁਖ ਨੇ, ਸੁਖਮਨੀ ਸਾਹਿਬ ਦਾ ਜਾਪ ਕਰਦੇ ਨੇ। ਭਾਈ ਪ੍ਰਾਣਾ ਜੀ ਤੁਰੇ ਜਾ ਰਹੇ ਨੇ, ਕੀ ਵੇਖਦੇ ਹਨ ਕਿ ਇੱਕ ਸੇਠ ਜਿਹੜਾ ਹੈ ਬੇਹੋਸ਼ ਹੋ ਕੇ ਡਿੱਗਾ ਪਿਆ ਹੈ। ਗੁਰਸਿੱਖ ਦਾ ਜਿਹੜਾ ਹਿਰਦਾ ਹੈ ਬੜਾ ਕੋਮਲ ਹੁੰਦਾ ਹੈ, ਬੜਾ ਦਿਆਲੂ ਹੁੰਦਾ ਹੈ। ਭਾਈ ਪ੍ਰਾਣਾ ਜੀ ਨੇ ਉਸ ਸੇਠ ਨੂੰ ਮੁੰਡਾ ਦਿੱਤਾ, ਚੱਕਿਆ ਹੈ, ਉਹਦਾ ਸਮਾਨ ਚੁੱਕਿਆ ਹੈ, ਤੁਰ ਪਏ ਹਨ। ਸੇਠ ਨੂੰ ਕਹਿਣ ਲੱਗਾ, ਮੈਨੂੰ ਕੁਝ ਬਾਣੀ ਸੁਣਾ, ਜਾਂ ਮੇਰੇ ਪਾਸੋਂ ਬਾਣੀ ਸੁਣ। ਉਹ ਕਹਿਣ ਲੱਗਾ, ਤੁਸੀਂ ਮੈਨੂੰ ਬਾਣੀ ਸੁਣਾਓ। ਭਾਈ ਪ੍ਰਾਣਾ ਜੀ ਨੇ ਬਾਣੀ ਸ਼ੁਰੂ ਕਰ ਦਿੱਤੀ। ਉਹਦੀ ਦੁਕਾਨ ਤੇ ਪਹੁੰਚ ਗਏ ਹਨ। ਤੇ ਜਦੋਂ ਸਾਧ ਸੰਗਤ ਜੀ ਸੇਠ ਦੀ ਦੁਕਾਨ ਤੇ ਪਹੁੰਚਦੇ ਨੇ, ਉਹ ਭਾਈ ਪ੍ਰਾਣਾ ਜੀ ਨੂੰ ਕੁਝ ਮਾਇਆ ਦੇਣ ਲੱਗਾ ਹੈ। ਭਾਈ ਪ੍ਰਾਣਾ ਜੀ ਕਹਿਣ ਲੱਗੇ, ਮੈਂ ਮਾਇਆ ਨਹੀਂ ਲੈਣੀ। ਵਾਪਸ ਤੁਰਦੇ ਨੇ, ਫਿਰ ਵਾਪਸ ਦੁਕਾਨ ਤੇ ਆਉਂਦੇ ਨੇ। ਸੇਠ ਦੇ ਮਨ ਅੰਦਰ ਆਇਆ ਕਿ ਸ਼ਾਇਦ ਮਾਇਆ ਲੈਣ ਵਾਸਤੇ ਆਏ ਨੇ। ਕਹਿਣ ਲੱਗੇ, ਸਿੱਖਾ ਮੈਂ ਤੈਨੂੰ ਪਹਿਲਾਂ ਕਿਹਾ ਸੀ ਮਾਇਆ ਲੈ ਜਾ। ਕਹਿਣ ਲੱਗਾ, ਸੇਠ ਜੀ ਮੈਂ ਮਾਇਆ ਲੈਣ ਨਹੀਂ ਆਇਆ, ਮੈਂ ਤੈਨੂੰ ਇਹ ਦੱਸਣ ਆਇਆ ਹੈ ਕਿ ਤੇਰੀ ਜਿਹੜੀ ਮੌਤ ਹੈ ਬੜੀ ਨੇੜੇ ਹੈ, ਤੇ ਜਦੋਂ ਤੇਰੀ ਮੌਤ ਹੋ ਗਈ ਅਸੀਂ ਤੇਰੇ ਤੋਂ ਪਹਿਲਾਂ ਚਲੇ ਜਾਣਾ ਹੈ। ਜਿਹੜੀ ਤੂੰ ਬਾਣੀ ਸੁਣੀ ਹੈ ਇਹਦਾ ਤੈਨੂੰ ਬਹੁਤ ਵੱਡਾ ਫਲ ਮਿਲੇਗਾ। ਤੈਨੂੰ ਪੁੱਛਣਗੇ ਜਮਦੂਤ, ਤੈਨੂੰ ਗੁਰੂ ਦੀ ਕਿਰਪਾ ਨਾਲ ਸੋਝੀ ਹੋਵੇਗੀ, ਤੂੰ ਕਵੀਂ ਜਿੱਥੋਂ ਬਾਣੀ ਆਈ ਮੈਨੂੰ ਉੱਥੇ ਛੱਡ ਆਓ, ਮੈਨੂੰ ਉੱਥੇ ਲੈ ਕੇ ਜਾਓ। ਭਾਈ ਪ੍ਰਾਣਾ ਜੀ ਸੱਚਖੰਡ ਗਮਨ ਕਰਦੇ ਨੇ। ਕੁਝ ਦਿਨਾਂ ਮਗਰੋਂ ਉਸ ਸੇਠ ਦੀ ਮੌਤ ਹੋ ਜਾਂਦੀ ਹੈ। ਜਦੋਂ ਜਮਦੂਤ ਲੈ ਕੇ ਜਾਂਦੇ ਨੇ, ਵਹੀ ਵੇਖਦੇ ਨੇ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ, ਸਾਰੇ ਪਾਪ ਨੇ। ਅਖੀਰਲਾ ਸਮਾਂ ਵੇਖਦੇ ਨੇ, ਸੁਖਮਨੀ ਸਾਹਿਬ ਦੀ ਬਾਣੀ ਸੁਣੀ ਹੈ, ਤੇ ਕਹਿਣ ਲੱਗੇ ਇਹਦਾ ਫਲ ਪਹਿਲਾਂ ਲੈਣਾ ਕਿ ਮਗਰੋਂ। ਕਹਿਣ ਲੱਗਾ, ਜਿੱਥੋਂ ਬਾਣੀ ਆਈ ਮੈਨੂੰ ਉੱਥੇ ਲੈ ਜਾਓ। ਜਮਦੂਤ ਲੈ ਗਏ ਨੇ।
ਜਦੋਂ ਭਾਈ ਪ੍ਰਾਣਾ ਜੀ ਸੱਚਖੰਡ ਅੰਦਰ ਬੈਠੇ ਹਨ, ਇਹ ਸੇਠ ਅੰਦਰ ਪ੍ਰਵੇਸ਼ ਕਰਦਾ ਹੈ। ਭਾਈ ਪ੍ਰਾਣਾ ਜੀ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ, ਕੋਲ ਬੈਠ ਜਾਂਦਾ ਹੈ। ਸਾਧ ਸੰਗਤ ਜੀ ਵਾਰ-ਵਾਰ ਪਿੱਛੇ ਵੇਖਦਾ ਹੈ। ਭਾਈ ਪ੍ਰਾਣਾ ਜੀ ਕਹਿਣ ਲੱਗੇ, ਚਿੰਤਾ ਨਾ ਕਰ, ਇੱਥੇ ਕੋਈ ਦੂਤ ਨਹੀਂ ਆਉਂਦਾ, ਇਹ ਸਾਰਾ ਪ੍ਰਤਾਪ ਬਾਣੀ ਦਾ ਹੈ। ਬਾਣੀ ਨੂੰ ਸੁਣ ਕਰਕੇ ਸਾਧ ਸੰਗਤ ਜੀ ਵੱਡੇ ਵੱਡੇ ਜਿਹੜੇ ਪਾਪੀ ਨੇ ਉਹ ਵੀ ਤਰ ਜਾਂਦੇ ਹਨ। ਮੁਕਤੇ ਸੰਤ ਬੁੱਝੈ ਹਰ ਨੇਰਾ, ਜਿਹੜੇ ਰੱਬ ਦੇ ਪਿਆਰੇ ਨੇ, ਸੰਤ ਨੇ, ਗੁਰਸਿੱਖ ਨੇ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸਮਝ ਲੈਂਦੇ ਹਨ, ਉਹ ਮੁਕਤ ਰੂਪ ਹਨ। ਆਸਾ ਮਹੱਲਾ ਪੰਜਵਾ। ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ। ਆਸਾ ਰਾਗ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ। ਰੱਬ ਦੇ ਪਿਆਰਿਆਂ ਦੀ ਜਿਹੜੀ ਅਵਸਥਾ ਹੈ ਉਹਨਾਂ ਦਾ ਜ਼ਿਕਰ ਕਰਦੇ ਨੇ, ਉਹਨਾਂ ਵਿੱਚ ਕਿੰਨੀ ਨਿਮਰਤਾ ਹੁੰਦੀ ਹੈ। ਉਹ ਆਖਦੇ ਨੇ, ਹੇ ਪ੍ਰਮਾਤਮਾ ਤੂੰ ਮੇਰਾ ਤਰੰਗ, ਆਪ ਜੀ ਤਰੰਗ ਸਮੁੰਦਰ ਦੀ ਨਿਆਈ ਹੋ। ਹਮ ਮੀਨ ਤੁਮਾਰੇ, ਅਸੀਂ ਮਹਾਰਾਜ ਮੱਛੀ ਦੀ ਨਿਆਈ ਹਾਂ, ਆਪ ਜੀ ਦੇ ਵਿੱਚ ਹਾਂ। ਜਿਵੇਂ ਸਮੁੰਦਰ ਦੇ ਅੰਦਰ ਮੱਛੀਆਂ ਨੇ, ਵੱਡੇ ਵੱਡੇ ਮਗਰਮੱਛ ਨੇ, ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀਆਂ। ਹੇ ਪ੍ਰਮਾਤਮਾ ਤੂੰ ਦਰਿਆ ਦੀ ਨਿਆਈ ਹੈ ਤੇ ਅਸੀਂ ਮੱਛੀ ਦੀ ਨਿਆਈ ਹੈ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਖੰਡਾਂ ਦੇ ਵਿੱਚ ਗਏ ਹਨ ਤੇ ਦੂਸਰੇ ਖੰਡ ਵਿੱਚ ਜਾਂਦੇ ਹਨ, ਉੱਥੇ ਇੱਕ ਸਰੋਵਰ ਹੈ। ਮਹਾਰਾਜ ਕਹਿਣ ਲੱਗੇ ਭਾਈ ਬਾਲੇ ਤੇ ਮਰਦਾਨੇ ਨੂੰ, ਤੁਸੀਂ ਇੱਥੇ ਠਹਿਰੋ, ਅਸੀਂ ਇਸ਼ਨਾਨ ਕਰਦੇ ਹਾਂ। ਮਹਾਰਾਜ ਜੀ ਇਸ਼ਨਾਨ ਕਰ ਰਹੇ ਨੇ। ਇੱਕ ਰਿਖੀ ਆਉਂਦਾ ਹੈ। ਆਉਂਦਿਆਂ ਸਾਰ ਕਹਿਣ ਲੱਗਾ ਕਿ ਜਿਨ੍ਹਾਂ ਦਾ ਮਨ ਸਮੇਰ ਪਰਬਤ ਦੇ ਵਾਂਗ ਟਿਕ ਗਿਆ ਹੈ ਤੇ ਮੱਛੀ ਦੇ ਵਾਂਗ ਪਾਣੀ ਦੇ ਨਾਲ ਪ੍ਰੀਤੀ ਹੈ, ਉਹਨਾਂ ਨੂੰ ਇਸ਼ਨਾਨ ਦੀ ਲੋੜ ਨਹੀਂ। ਕਰੀਬਨ ਆਵਾਜ਼ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਰਿਖੀ ਏਕੰਕਾਰ ਸਰ ਜੋ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਜਿਹੜੇ ਉਹਦੇ ਚਰਨ ਹਨ, ਇਹ ਸਰ ਸਰੋਵਰ ਹੈ। ਨਾਨਕ ਮਰੈ ਪਛਾਨ, ਸਾਡਾ ਜਿਹੜਾ ਮਨ ਹੈ ਮੱਛੀ ਹੈ। ਜਦੋਂ ਪਰਮਾਤਮਾ ਦੇ ਨਾਮ ਰੂਪੀ ਸਰੋਵਰ ਤੋਂ ਦੂਰ ਹੁੰਦੇ ਹਾਂ, ਸਾਡਾ ਮਰਨਾ ਹੋ ਜਾਂਦਾ ਹੈ। ਮੁਨੀ ਕਹਿਣ ਲੱਗਾ, ਮਹਾਤਮਾ ਜੀ ਤੁਹਾਡਾ ਨਾਮ ਕੀ ਹੈ? ਮਹਾਰਾਜ ਕਹਿੰਦੇ, ਨਾਨਕ ਨਿਰੰਕਾਰੀ। ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਤੇ ਮੈਂ ਮੱਥਾ ਟੇਕਦਾ ਹਾਂ। ਸੱਚੇ ਪਾਤਸ਼ਾਹ ਕਹਿੰਦੇ, ਤੂੰ ਕਿਵੇਂ ਜਾਣਦਾ ਹੈ? ਕਹਿਣ ਲੱਗਾ, ਮਹਾਰਾਜ ਸਾਡੇ ਜਿਹੜੇ ਗੁਰੂ ਸਨ ਤੁਹਾਡੀ ਵਡਿਆਈ ਕਰਦੇ ਸਨ ਕਿ ਕਲਯੁਗ ਦਾ ਸਮਾਂ ਆਵੇਗਾ, ਗੁਰੂ ਨਾਨਕ ਨਾਮ ਦਾ ਅਵਤਾਰੀ ਪੁਰਸ਼ ਦੁਨੀਆ ਤੇ ਆਵੇਗਾ, ਖੰਡਾਂ ਦੇ ਵਿੱਚ, ਬ੍ਰਹਿਮੰਡਾਂ ਦੇ ਵਿੱਚ ਸਭ ਪਾਸੇ ਚੱਕਰ ਲਾ ਕੇ ਲੋਕਾਂ ਦਾ ਭਲਾ ਕਰੇਗਾ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਆਪ ਜੀ ਸਮੁੰਦਰ ਦੀ ਨਿਆਈ ਹੋ, ਅਸੀਂ ਮੱਛੀ ਦੀ ਨਿਆਈ ਹਾਂ। ਤੂੰ ਮੇਰਾ ਠਾਕੁਰ ਹਮ ਤੀਰੈ ਦੁਆਰੇ। ਆਪ ਜੀ ਸਾਡੇ ਮਾਲਕ ਹੋ, ਸੁਆਮੀ ਹੋ, ਅਸੀਂ ਆਪ ਜੀ ਦੇ ਮਹਾਰਾਜ ਤਰਤੇ ਹਾਂ। ਤੂੰ ਮੇਰਾ ਕਰਤਾ ਹਉ ਸੇਵਕ ਤੇਰਾ। ਇਹ ਸੱਚੇ ਪਾਤਸ਼ਾਹ ਜੀ, ਆਪ ਜੀ ਕਰਤਾ ਹੋ, ਮੈਨੂੰ ਪੈਦਾ ਕਰਨ ਵਾਲੇ ਹੋ, ਇਕੱਲਾ ਮੈਨੂੰ ਨਹੀਂ ਸੰਸਾਰ ਨੂੰ ਪੈਦਾ ਕਰਨ ਵਾਲੇ ਹੋ, ਖੰਡਾਂ ਬ੍ਰਹਿਮੰਡਾਂ ਨੂੰ ਪੈਦਾ ਕਰਨ ਵਾਲੇ ਹੋ। ਹਉ ਸੇਵਕ ਤੇਰਾ, ਮੈਂ ਆਪ ਜੀ ਦਾ ਨਵਾਣਾ ਜਿਹਾ ਸੇਵਕ ਹਾਂ। ਸਰਨ ਗਹੇ ਪ੍ਰਭ ਗੁਣੀ ਗਹਿਰਾ। ਇਹ ਗੁਣਾਂ ਦੇ ਗਹੀਰਾ ਸਮੁੰਦਰ ਪ੍ਰਮਾਤਮਾ, ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਗਹੀ ਗ੍ਰਹਿਣ ਕੀਤੀ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਤਵਾਰੀ। ਲੇਖੈ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲੇਹੋ ਉਬਾਰੀ। ਅਬ ਹਮ ਚਲੀ ਠਾਕੁਰ ਪੈ ਹਾਰ। ਇਹ ਸੱਚੇ ਪਾਤਸ਼ਾਹ ਮਹਾਰਾਜ ਸਰਨ ਗਹੀ ਪ੍ਰਭ ਗੁਣੀ ਗਹੀਰਾ, ਗੁਣਾਂ ਦੇ ਗਹੀਰ ਸਮੁੰਦਰ ਪਰਮਾਤਮਾ,
ਮੈਂ ਤੇਰੇ ਚਰਨਾਂ ਨੂੰ ਗ੍ਰਹਿਣ ਕੀਤਾ ਹੈ, ਤੇਰੇ ਚਰਨਾਂ ਵਿੱਚ ਆਈ ਹਾਂ। ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਤੂੰ ਮੇਰਾ ਜੀਵਨ ਤੂੰ ਆਧਾਰ। ਇਹ ਸੱਚੇ ਪਾਤਸ਼ਾਹ ਮਹਾਰਾਜ, ਮੇਰਾ ਜਿਉਣਾ ਵੀ ਆਪ ਜੀ ਹੋ, ਭਾਵ ਮੈਂ ਆਪ ਜੀ ਦੇ ਆਸਰੇ ਜਿਉਣਾ ਹਾਂ। ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇ। ਤਨ ਕਰਕੇ, ਮਨ ਕਰਕੇ ਅਤੇ ਤਾਣ ਬਲ ਕਰਕੇ ਸੱਚੇ ਪਾਤਸ਼ਾਹ ਮੈਨੂੰ ਤੁਹਾਡਾ ਆਸਰਾ ਹੈ। ਤੁਹਾਡਾ ਆਸਰੇ ਕਰਕੇ ਹੀ ਮੈਂ ਜਿਉਂਦਾ ਹਾਂ। ਤੁਝੈ ਪੇਖ ਬਿਗਸੈ ਕੌਲਾਰ। ਜਿਵੇਂ ਮਹਾਰਾਜ ਸੂਰਜ ਚੜ੍ਹਦਾ ਹੈ ਤੇ ਕੌਲ ਫੁੱਲ ਜਿਹੜਾ ਹੈ ਖਿੜ ਜਾਂਦਾ ਹੈ, ਇਸੇ ਤਰ੍ਹਾਂ ਗਰੀਬ ਨਵਾਜ ਤੁਹਾਡੇ ਦਰਸ਼ਨ ਕਰਕੇ ਮੇਰੇ ਹਿਰਦੇ ਦਾ ਜਿਹੜਾ ਕੌਲ ਫੁੱਲ ਹੈ ਨਾ, ਉਹ ਖਿੜ ਜਾਂਦਾ ਹੈ। ਨਾਨਕ ਭਗਤਾ ਸਦਾ ਵਿਗਾਸ। ਜਿਵੇਂ ਰੱਬ ਦੇ ਪਿਆਰੇ ਹਮੇਸ਼ਾ ਵਿਗਾਸ ਚਾਉ ਵਿੱਚ ਰਹਿੰਦੇ ਨੇ, ਖੇੜੇ ਵਿੱਚ ਰਹਿੰਦੇ ਨੇ, ਸੱਚੇ ਪਾਤਸ਼ਾਹ ਤੁਝੈ ਪੇਖ, ਤੁਹਾਨੂੰ ਵੇਖ ਕੇ ਮੇਰਾ ਮਨ ਤਨ ਜਿਹੜਾ ਹੈ ਖਿੜ ਜਾਂਦਾ ਹੈ। ਤੂੰ ਮੇਰੀ ਗਤ ਪਤ ਤੂੰ ਪਰਵਾਣ। ਇਹ ਸੱਚੇ ਪਾਤਸ਼ਾਹ ਤੂੰ ਹੀ ਮੈਨੂੰ ਗਤ ਮੁਕਤੀ ਦੇਣ ਵਾਲਾ ਹੈ। ਤੂੰ ਹੀ ਮੈਨੂੰ ਪਤ ਪਤ ਆਬਰੂ ਦੇਣ ਵਾਲਾ ਹੈ, ਇੱਜ਼ਤ ਦੇਣ ਵਾਲਾ ਹੈ। ਤੂੰ ਹੀ ਮੈਨੂੰ ਸਭ ਕੁਝ ਬਖਸ਼ਣ ਵਾਲਾ ਹੈ। ਆਪ ਜੀ ਬੜੇ ਪਰਵਾਨੀਕ ਹੋ। ਤੂੰ ਸਮਰੱਥ ਮੈਂ ਤੇਰਾ ਤਾਣ। ਆਪ ਜੀ ਸਰਬ ਕਲਾ ਸਮਰੱਥ ਹੋ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੇ ਸੱਚੇ ਪਾਤਸ਼ਾਹ ਆਪ ਜੀ ਸਰਬ ਕਲਾ ਸਮਰੱਥ ਹੋ, ਮੈਂ ਤੇਰਾ ਤਾਣ, ਮੈਨੂੰ ਆਪ ਜੀ ਦਾ ਤਾਣ ਬਲ ਹੈ, ਆਸਰਾ ਹੈ, ਓਟ ਹੈ। ਆਨ ਦਿਨ ਜਪੋ ਨਾਮ ਗੁਣਤਾਸ। ਇਹ ਗੁਣਤਾਸ ਗੁਣਾਂ ਦੇ ਖਜ਼ਾਨੇ ਪਰਮਾਤਮਾ, ਮੈਂ ਰਾਤ ਦਿਨ ਆਪ ਜੀ ਦੇ ਨਾਮ ਨੂੰ ਜਪਦਾ ਹਾਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਭਗਤ ਧਰੂ ਜੀ ਨੇ 5 ਸਾਲ ਦੀ ਉਮਰ ਅੰਦਰ ਘਰ-ਬਾਰ ਤਿਆਗ ਦਿੱਤਾ, ਬੜੀ ਵੱਡੀ ਸਾਧਨਾ ਕੀਤੀ, ਉਹਦਾ ਫਲ ਕੀ ਮਿਲਿਆ ਹੈ? 36,000 ਵਰੇ ਮਾਤਲੋਕ ਦੀ ਧਰਤੀ ਤੇ ਰਾਜ, ਤੇ ਉਸੇ ਹੀ ਸਾਧਨਾ ਕਰਕੇ ਅਚਲ ਪਦਵੀ ਦੀ ਦਾਤ ਮਿਲੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ। ਨਾਨਕ ਕੀ ਪ੍ਰਭ ਪੈ ਅਰਦਾਸ। ਪਾਵਨ ਸ਼ਬਦ ਦੀ ਸਮਾਪਤੀ ਕਰਦਿਆਂ ਬੇਨਤੀ ਕਰਦੇ ਨੇ ਅਕਾਲ ਪੁਰਖ ਪਰਮਾਤਮਾ, ਤੁਹਾਡੇ ਚਰਨਾਂ ਤੇ ਮੇਰੀ ਅਰਜ਼ ਹੈ, ਬੇਨਤੀ ਹੈ, ਅਰਦਾਸ ਹੈ। ਆਸਾ ਮਹੱਲਾ ਪੰਜਵਾ। ਰੋਵਣ ਹਾਰੈ ਝੂਠ ਕਮਾਨਾ। ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਆਸਾ ਰਾਗ ਵਿੱਚ ਕਿ ਜਿਹੜਾ ਰੋਣਾ ਹੈ ਝੂਠਾ ਹੈ। ਸੱਚੇ ਪਾਤਸ਼ਾਹ ਕੀ ਕੌਤਕ ਵੇਖਦੇ ਨੇ, ਆਪਣੇ ਮਹੱਲਾਂ ਦੇ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਰਹੇ ਨੇ। ਇੱਕ ਮਾਈ ਰੋ ਰਹੀ ਹੈ, ਘਰ ਦੇ ਵਿੱਚ ਕੋਈ ਮੌਤ ਹੋਈ ਹੈ। ਕੁਝ ਕੁ ਦੂਰੀ ਤੇ ਗਏ ਨੇ, ਬੜੇ ਲੋਕ ਹੱਸ ਰਹੇ ਨੇ। ਉੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਸਾਧ ਸੰਗਤ ਜੀ ਉਚਾਰਨਾ ਕੀਤਾ, ਰੋਵਣ ਹਾਰੈ ਝੂਠ ਕਮਾਨਾ, ਕਿ ਜਿਹੜੀ ਮਾਈ ਰੋ ਰਹੀ ਹੈ ਉਹਦਾ ਰੋਣਾ ਵੀ ਝੂਠਾ ਹੈ। ਕਿਉਂਕਿ ਸੰਸਾਰ ਅੰਦਰ ਜਿਹੜਾ ਪ੍ਰਾਣੀ ਆਇਆ ਹੈ ਉਸਨੇ ਜਾਣਾ ਹੀ ਜਾਣਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਸਾਡੇ ਜਾਣ ਤੋਂ ਬਾਅਦ ਗੁਰੂ ਕੀ ਸੰਗਤੋਂ ਕਿਸੇ ਨੇ ਰੋਣਾ ਨਹੀਂ। ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮੰਨਣਾ ਹੈ, ਤੁਰ ਕੇ ਗੁਰਬਾਣੀ ਦਾ ਸ਼ਬਦ ਕੀਰਤਨ ਕਰਨਾ ਹੈ, ਵਾਹਿਗੁਰੂ ਦਾ ਜਾਪ ਕਰਨਾ ਹੈ। ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਕਥਾ ਕਰਨੀ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਕਿਰਪਾ ਕਰਦੇ ਹਨ। ਹਸ ਹਸ ਸੋਗ ਕਰਤ ਬੇਗਾਨਾ। ਦੂਸਰੇ ਪਾਸੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੜੇ ਲੋਕ ਹੱਸ ਰਹੇ ਹਨ ਤੇ ਬੜੇ ਖੁਸ਼ ਹੋ ਰਹੇ ਨੇ। ਤੇ ਗਰੀਬ ਨਵਾਜ ਕਹਿੰਦੇ ਐਸਾ ਸਮਾਂ ਆਵੇਗਾ, ਸੋਗ ਉਹ ਵੀ ਦੁਖੀ ਹੋਣਗੇ, ਬੇਅੰਤ ਦੁਖੀ ਹੋਣਗੇ। ਪਰਾਏ ਦੇ ਦੁੱਖ ਨੂੰ ਵੇਖ ਕੇ ਜਿਹੜੇ ਖੁਸ਼ ਹੋ ਰਹੇ ਹਨ। ਕੋ ਮੂਆ ਕਹਿ ਘਰ ਜਾਨਾ ਗਾਵਨ। ਸੱਚੇ ਪਾਤਸ਼ਾਹ ਕਹਿੰਦੇ ਇੱਕ ਘਰ ਵਿੱਚ ਤੇ ਮੌਤ ਹੋਈ ਹੈ ਤੇ ਦੂਸਰੇ ਘਰ ਅੰਦਰ ਖੁਸ਼ੀਆਂ ਹੋ ਰਹੀਆਂ ਹਨ। ਕੋ ਰੋਵੈ ਹਸ ਹਸ ਪਾਵਨ। ਕੋਈ ਸੱਚੇ ਪਾਤਸ਼ਾਹ ਕਹਿੰਦੇ ਭਾਈ ਰੋ ਰਿਹਾ ਹੈ,
ਕੋਈ ਜਿਹੜਾ ਹੈ ਬਹੁਤ ਖੁਸ਼ ਹੋ ਰਿਹਾ ਹੈ, ਹੱਸ ਰਿਹਾ ਹੈ, ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਬਾਲ ਵਿਵਸਥਾ ਤੇ ਵਿਰਧਾਨਾ ਜਿਵੇਂ ਸੱਚੇ ਪਾਤਸ਼ਾਹ ਕਹਿੰਦੇ ਬਾਲਕ ਦੀ ਅਵਸਥਾ ਹੈ, ਫਿਰ ਜਵਾਨੀ ਦੀ ਅਵਸਥਾ ਹੈ, ਫਿਰ ਸਮਾਂ ਆਉਂਦਾ ਹੈ, ਬੁਢੇਪਾ ਆ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਾਲ ਜਵਾਨੀ ਆਰ ਬਿਰਧ ਫੁਨ ਤੀਨ ਅਵਸਥਾ ਜਾਨ। ਤਿੰਨ ਮਨੁੱਖ ਦੀਆਂ ਸਟੇਜਾਂ ਨੇ, ਤਿੰਨ ਅਵਸਥਾ ਨੇ, ਤੇ ਗਰੀਬ ਨਵਾਜ ਕਹਿੰਦੇ ਬਾਲਕ ਅਵਸਥਾ ਤੋਂ ਬਿਰਧਾਨਾ ਬਜ਼ੁਰਗ ਹੋ ਜਾਂਦਾ ਹੈ। ਪਹੁੰਚ ਨਾ ਮੌਕਾ ਫਿਰ ਪਛਤਾਨਾ ਜਿੱਥੇ ਪਹੁੰਚਣਾ ਸੀ ਨਿਰੰਕਾਰ ਦੀ ਭਗਤੀ ਕਰਕੇ, ਸਾਧਨਾ ਕਰਕੇ, ਉੱਥੇ ਨਹੀਂ ਪਹੁੰਚ ਸਕਿਆ, ਫਿਰ ਪਛਤਾਨਾ, ਫਿਰ ਇਹ ਜੀਵ ਪ੍ਰਾਣੀ ਬੜਾ ਪਛਤਾਤਾਪ ਕਰਦਾ ਹੈ। ਤ੍ਰਿਹੁ ਗੁਣ ਮਹਿ ਵਰਤੇ ਸੰਸਾਰਾ ਸੱਚੇ ਪਾਤਸ਼ਾਹ ਕਹਿੰਦੇ ਤਿੰਨਾਂ ਗੁਣਾਂ ਦੇ ਅੰਦਰ ਰਜੋ ਗੁਣ, ਤਮੋ ਗੁਣ, ਸਤੋ ਗੁਣ, ਰਾਜਸੀ, ਤਾਮਸੀ, ਸਾਤਕੀ, ਤਿੰਨਾਂ ਹੀ ਗੁਣਾਂ ਦੇ ਅੰਦਰ ਸਾਰਾ ਜਿਹੜਾ ਸੰਸਾਰ ਹੈ ਉਹ ਲੱਗਾ ਪਿਆ ਹੈ। ਰਜ ਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਨਰ ਕੋ ਜੋ ਨਰ ਚੀਨੈ, ਤਿਨਹੀ ਪਰਮ ਪਦ ਪਾਇਆ। ਜਿਸ ਪ੍ਰਾਣੀ ਨੇ ਚੌਥੀ ਅਵਸਥਾ ਦੇ ਅੰਦਰ ਪੈਰ ਰੱਖ ਲਿਆ, ਉਸੇ ਹੀ ਪ੍ਰਾਣੀ ਨੇ ਪਰਮ ਪਦ, ਵੱਡੀ ਪਦਵੀ ਦੀ ਦਾਤ ਪ੍ਰਾਪਤ ਕਰ ਲਈ। ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਤ੍ਰਿਣ ਗੁਣ ਮਹਿ ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ। ਤਿੰਨਾਂ ਗੁਣਾਂ ਦੇ ਵਿੱਚ ਸੰਸਾਰ ਦੇ ਜੀਵ, ਸੰਸਾਰ ਦੇ ਪ੍ਰਾਣੀ ਵਰਤ ਰਹੇ ਹਨ। ਨਰਕ ਸੁਰਗ ਫਿਰ ਅਵਤਾਰਾ ਜਿਸ ਕਰਕੇ ਫਿਰ ਨਾਮ ਹੈ ਮੁੜ ਮੁੜ ਕੇ, ਲਗਾਤਾਰ, ਕੰਟੀਨਿਊਜ਼, ਕਦੀ ਨਰਕਾਂ ਦੇ ਅੰਦਰ, ਕਦੀ ਸਵਰਗਾਂ ਦੇ ਅੰਦਰ। ਜਦੋਂ ਆਪਾਂ ਗ੍ਰੰਥਾਂ ਨੂੰ ਪੜ੍ਹਦੇ ਹਾਂ ਨਾ, ਉਹਨਾਂ ਗ੍ਰੰਥਾਂ ਦੇ ਵਿੱਚ ਲਿਖਿਆ ਆਉਂਦਾ ਹੈ ਕਿ ਜਿਹੜੇ ਨਰਕ ਹਨ ਉੱਥੇ ਲੋਹੇ ਦੀਆਂ ਬੇੜੀਆਂ ਨੇ, ਜਿੱਥੇ ਸਵਰਗ ਹਨ ਉੱਥੇ ਸੋਨੇ ਦੀਆਂ ਬੇੜੀਆਂ ਹਨ। ਕਬੀਰ ਸਾਹਿਬ ਦੀ ਬਾਣੀ ਪੜ੍ਹੀਏ, ਕਬੀਰ ਸਾਹਿਬ ਕਹਿੰਦੇ ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੀ ਪ੍ਰਸਾਦ। ਕਿ ਗੁਰੂ ਦੀ ਕਿਰਪਾ ਦੇ ਸਦਕਾ ਅਸੀਂ ਨਰਕਾਂ ਤੋਂ, ਸਵਰਗਾਂ ਤੋਂ ਬਚ ਗਏ ਹਾਂ। ਮੈਨੂੰ ਤੇ ਪਰਮਾਤਮਾ ਦੇ ਘਰ ਦੀ ਪ੍ਰਾਪਤੀ ਹੋ ਗਈ ਹੈ, ਜਿਹਦਾ ਜ਼ਿਕਰ ਭਗਤ ਰਵਿਦਾਸ ਜੀ ਨੇ ਕੀਤਾ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹ ਨਹੀਂ ਤਿਸ ਠਾਓ। ਜਿੱਥੇ ਕੋਈ ਦੁੱਖ ਨਹੀਂ, ਜਿੱਥੇ ਕੋਈ ਚਿੰਤਾ ਨਹੀਂ, ਉਹ ਘਰ ਹੈ ਪਰਮਾਤਮਾ ਦਾ। ਸੋਗ ਨਾ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ। ਜਿੱਥੇ ਕੋਈ ਦੁੱਖ ਨਹੀਂ, ਕੋਈ ਚਿੰਤਾ ਨਹੀਂ, ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ। ਕਹੋ ਨਾਨਕ ਜੋ ਲਾਇਆ ਸੇ ਨਾਮ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪ੍ਰਾਣੀਆਂ ਤੇ ਗੁਰੂ ਦੀ ਕਿਰਪਾ ਹੋਈ ਹੈ, ਜਿਨ੍ਹਾਂ ਨੂੰ ਆਪਣੇ ਨਾਮ ਦੇ ਅੰਦਰ ਵਾਹਿਗੁਰੂ ਨੇ ਜੋੜਨਾ ਕੀਤਾ ਹੈ, ਸਫਲ ਜਨਮ ਤਾਕਾ ਪਰਵਾਨ। ਉਹਨਾਂ ਗੁਰਸਿੱਖਾਂ ਦਾ, ਉਹਨਾਂ ਪ੍ਰਾਣੀਆਂ ਦਾ ਜਨਮ ਸਫਲ ਹੈ, ਪਰਵਾਨ ਨੀਕ ਹੈ। ਸੰਸਾਰ ਤੇ ਆਉਣਾ ਉਹਨਾਂ ਦਾ ਸਫਲ ਹੋਇਆ ਹੈ, ਸੰਸਾਰ ਦੀ ਯਾਤਰਾ ਉਹਨਾਂ ਦੀ ਸਫਲ ਹੋਈ ਹੈ। ਸਫਲ 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 ਪਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਉਹਨਾਂ ਦਾ ਸੰਸਾਰ ਤੋਂ ਆਉਣਾ, ਸੰਸਾਰ ਤੋਂ ਜਾਣਾ ਖਤਮ ਹੋ ਜਾਂਦਾ ਹੈ, ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹਨ। ਆਸਾ ਮਹੱਲਾ ਪੰਜਵਾ। ਸੋਏ ਰਹੀ ਪ੍ਰਭ ਖਬਰ ਨਾ ਜਾਨੀ। ਆਸਾ ਰਾਗ ਅੰਦਰ ਮਹਾਰਾਜ ਕਿਰਪਾ ਕਰਦੇ ਨੇ ਕਿ ਇਹ ਜਿਹੜਾ ਜੀਵ ਹੈ, ਪ੍ਰਾਣੀ ਹੈ, ਅਵਿਦਿਆ ਦੀ ਨੀਂਦ ਅੰਦਰ ਸੁੱਤੀ ਪਈ ਹੈ ਜਾਂ ਸੁੱਤਾ ਪਿਆ ਹੈ। ਪ੍ਰਭੂ ਦੀ ਖਬਰ ਨਾ ਜਾਣੀ। ਉਸ ਪ੍ਰਭੂ ਦੇ ਬਾਰੇ ਕੋਈ ਖਬਰ, ਕੋਈ ਸ਼ੁੱਧ, ਕੋਈ ਪਤਾ, ਕੋਈ ਉਪਦੇਸ਼ ਨਹੀਂ ਜਾਣਿਆ ਹੈ। ਹੋਰ ਪਿਆ ਬਹੁਰ ਪਛਤਾਨੀ। ਜਦੋਂ ਕਹਿੰਦੇ ਮੌਤ ਰੂਪੀ ਭੌਰ ਦਿਨ ਚੜ ਗਿਆ, ਜਾਂ ਕਹਿ ਲਈਏ ਕਾਲ ਦਾ ਦਿਨ ਚੜ ਗਿਆ, ਫਿਰ ਕੀ ਹੋਇਆ? ਬਹੁਰ ਪਛਤਾਨੀ। ਜੀ ਬੜਾ ਪਛਤਾਤਾਪ ਕਰਦਾ ਹੈ ਕਿ ਆਹ ਸਮਾਂ ਕੀ ਆ ਗਿਆ। ਤੇ ਕਬੀਰ ਸਾਹਿਬ ਬਾਣੀ ਅੰਦਰ ਵਾਰ-ਵਾਰ ਜ਼ਿਕਰ ਕਰਦੇ ਨੇ, ਪਰ ਉਸੀ ਕੇ ਜੋ ਹੁਆ ਤੂੰ ਆਪਣੇ ਪਹਿਚਾਨ। ਜੇ ਮੌਤ ਗਵਾਂਢੀਆਂ ਦੇ ਘਰ ਵਿੱਚ ਹੈ, ਇੱਕ ਦਿਨ ਤੇਰੇ ਘਰ ਅੰਦਰ ਵੀ ਆਵੇਗੀ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਹੈਰਾਨ ਹਾਂ, ਪਾਸ ਦਮਾਮੇ ਛੱਤ ਸਿਰ, ਭੇਰੀ ਛੱਡੋ ਰੱਡ, ਜਾਏ ਸੁਤੇ ਜੀਰਾਨ ਮਹਿ ਥੀਏ ਅਤੀਮਾ ਗੱਡ। ਇੱਕ ਦੁਨੀਆ ਦਾ ਬਾਦਸ਼ਾਹ ਜਿਹਦਾ ਹੁਕਮ ਚੱਲਦਾ ਹੈ, ਬੜੀਆਂ ਫੌਜਾਂ ਨੇ,
ਉਹਦੀ ਸਭਾ ਦੇ ਅੰਦਰ ਆਉਣ ਤੋਂ ਪਹਿਲਾਂ ਕਵੀ ਲੋਕ ਕਵਿਤਾਵਾਂ ਪੇਸ਼ ਕਰਦੇ ਨੇ, ਬੜੇ ਨਗਾਰੇ ਵੱਜਦੇ ਨੇ, ਬੜੀਆਂ ਤੂਰੀਆਂ ਵੱਜਦੀਆਂ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਅੱਜ ਉਹ ਰਾਜਾ, ਉਹ ਬਾਦਸ਼ਾਹ ਸਦਾ ਦੀ ਨੀਂਦ ਅੰਦਰ ਸੁੱਤਾ ਪਿਆ ਹੈ। ਤੂਰੀਆਂ ਸਾਈਡ ਤੇ ਨੇ, ਵਾਜੇ ਸਾਈਡ ਤੇ ਨੇ, ਕਵੀ ਲੋਕ ਕਵਿਤਾਵਾਂ ਘਰੇ ਪੁਲਾਏ ਨੇ। ਜਾਏ ਸੁੱਤੇ ਜੀਰਾਨ ਮਹਿ, ਜੀਰਾਨ ਨਾਮ ਹੈ ਸ਼ਮਸ਼ਾਨ ਭੂਮੀ ਦਾ, ਜਿੱਥੋਂ ਪਰਤ ਕੇ ਕਿਸੇ ਨੇ ਆਉਣਾ ਨਹੀਂ। ਜਾਏ ਸੁੱਤੇ ਜੀਰਾਨ ਮਹਿ, ਥੀਏ ਅਤੀਮਾ ਗੱਡ। ਤੇ ਸੱਚੇ ਪਾਤਸ਼ਾਹ ਮਹਾਰਾਜ ਕੀ ਕਿਰਪਾ ਕਰਦੇ ਨੇ। ਭੋਰ ਪਿਆ ਬਹੁਰ ਪਛਤਾਨੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਿਰਛੈ ਹੇਠ ਸਭ ਜੰਤ ਇਕੱਠੇ, ਸੰਸਾਰ ਰੂਪੀ ਬ੍ਰਿਸ਼ ਦੇ ਥੱਲੇ ਇਹ ਸਾਰੇ ਜੀਵ ਇਕੱਠੇ ਹਨ। ਜੋ ਜੋ ਔਦ ਵਿਹਾਣੀਆਂ, ਜਿਵੇਂ ਜਿਵੇਂ ਉਮਰ ਪੂਰਾ ਹੋ ਰਹੀ ਹੈ ਤਿਵੇਂ ਤਿਵੇਂ ਸੰਸਾਰ ਤੋਂ ਜਾ ਰਹੇ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕਾਲ ਰੂਪੀ ਦਿਨ ਚੜ੍ਹਦਾ ਹੈ ਉਦੋਂ ਜੀਵ ਫਿਰ ਬੜਾ ਪਛਤਾਤਾਪ ਕਰਦਾ ਹੈ। ਪ੍ਰੇਮ ਸਹਿਜ ਮਨ ਆਨੰਦ ਧਰੋਰੀ। ਗਰੀਬ ਨਵਾਜ ਕਹਿੰਦੇ ਪ੍ਰੇ ਨਾਮ ਹੈ ਪਤੀ ਦਾ। ਉਸ ਅਕਾਲ ਪੁਰਖ ਪਤੀ ਪ੍ਰੇਮ ਦੇ ਅੰਦਰ, ਪਤੀ ਪਰਮਾਤਮਾ ਦੇ ਪ੍ਰੇਮ ਅੰਦਰ ਸਹਿਜ ਅਵਸਥਾ ਧਾਰਨ ਕਰ, ਪ੍ਰੇਮ ਧਾਰਨ ਕਰ। ਫਿਰ ਕੀ ਹੋਵੇਗਾ? ਮਨ ਵਿੱਚ ਆਨੰਦ ਮਿਲੇਗਾ, ਖੇੜਾ ਮਿਲੇਗਾ। ਪ੍ਰੇਮ ਜਿਹੜੀ ਹੈ, ਸ਼ਰਧਾ ਜਿਹੜੀ ਹੈ ਹਿਰਦੇ ਵਿੱਚ ਜਿਹੜੀ ਹੈ ਪੈਦਾ ਹੋ ਜਾਵੇਗੀ। ਪ੍ਰਭ ਮਿਲਬੇ ਕੀ ਲਾਲਸਾ, ਤਾਤੇ ਆਲਸ ਕਹਾ ਕਰੋਰੀ। ਜਿਸ ਜਗਿਆਸੂ ਦੇ ਅੰਦਰ ਤੜਫ ਹੁੰਦੀ ਹੈ, ਪਰਮਾਤਮਾ ਨੂੰ ਮਿਲਣ ਦੀ ਤਾਂਘ ਹੁੰਦੀ ਹੈ, ਉਹ ਕੀ ਕਹਿੰਦੀ ਹੈ? ਪ੍ਰਭ ਮਿਲਬੇ ਕੀ ਲਾਲਸਾ, ਪ੍ਰਭੂ ਨੂੰ ਮਿਲਣ ਦੀ ਇੱਛਾ ਹੈ। ਪ੍ਰਭ ਕੀਆ ਤੁਮਾਰਾ ਥੀਆ। ਇਹ ਸੱਚੇ ਪਾਤਸ਼ਾਹ ਮਹਾਰਾਜ ਇੱਛਾ ਤੇ ਹੈ, ਤਾਤੇ ਆਲਸ ਕਹਾਂ ਕਰੋਰੀ। ਜਿਹਦੇ ਅੰਦਰ ਭਾਵਨਾ ਹੁੰਦੀ ਹੈ ਗੁਰਸਿੱਖ ਦੇ, ਮਹਾਂਪੁਰਖ ਦੇ, ਉਹ ਕਦੀ ਆਲਸ ਨਹੀਂ ਕਰਦਾ ਹੈ। ਉਹਦੇ ਤੇ ਮਨ ਅੰਦਰ ਇੰਨਾ ਵੈਰਾਗ ਆ ਜਾਂਦਾ ਹੈ ਕਿ ਉਹਦੀ ਜਿਹੜੀ ਨੀਂਦ ਹੈ ਉਹ ਖਤਮ ਹੋ ਜਾਂਦੀ ਹੈ। ਇੱਕ ਵਿਦਵਾਨ ਦੇ ਬੋਲ ਹਨ, ਉਹ ਲਿਖਦਾ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਹੈ, ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜਰਦੋ ਚਸਮ ਤਰ, ਕਮ ਗੁਫਤਨੋ ਕਮ ਖੁਰਦਨੋ ਖਵਾਬਸ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਰ। ਪਹਿਲੀ ਗੱਲ, ਉਹ ਬੋਲਣਾ ਘੱਟ ਕਰ ਦਿੰਦੇ ਨੇ, ਸੌਣਾ ਘੱਟ ਕਰ ਦਿੰਦੇ ਨੇ, ਪ੍ਰਸ਼ਾਦਾ ਪਾਣੀ ਘੱਟ ਕਰ ਦਿੰਦੇ ਨੇ, ਉਹਨਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ। ਉਹਨਾਂ ਦੇ ਅੱਖਾਂ ਦੇ ਵਿੱਚੋਂ ਵੈਰਾਗ ਦੇ ਹੰਝੂ ਡਿੱਗਦੇ ਨੇ, ਬੇਚੈਨੀ ਲੱਗੀ ਰਹਿੰਦੀ ਹੈ। ਆਪਣੇ ਸਿਰ ਦੇ ਉੱਪਰ ਹੱਥ ਰੱਖ ਕੇ ਪਰਮਾਤਮਾ ਦੇ ਉਡੀਕ ਕਰਦੇ ਹਨ, ਜਿਹਦਾ ਜ਼ਿਕਰ ਕਬੀਰ ਸਾਹਿਬ ਨੇ ਕੀਤਾ ਹੈ। ਕਬੀਰ ਸਾਹਿਬ ਕਹਿੰਦੇ ਉਰ ਨਾ ਭਿਜੈ ਪੱਗ ਨਾ ਖਿਸੈ, ਹਰ ਦਰਸ਼ਨ ਕੀ ਆਸਾ, ਉਡੋ ਤਾਂ ਕਾਗਾ ਕਾਰੇ, ਬੇਗ ਮਲੀਚਹਿ ਆਪਣੇ ਰਾਮ ਪਿਆਰੇ। ਕਬੀਰ ਸਾਹਿਬ ਜੀ ਨੇ ਪਹਿਲੀ ਉਦਾਹਰਨ ਇਹ ਦਿੱਤੀ ਹੈ ਕਿ ਮਾਈ ਦਾ ਪਤੀ ਜਿਹੜਾ ਹੈ ਪ੍ਰਦੇਸ਼ ਗਿਆ ਹੋਵੇ, ਉਹ ਆਪਣੇ ਪਤੀ ਦੇ ਪੰਧ ਨੂੰ ਵੇਖਦੀ ਹੈ, ਬੜਾ ਵੈਰਾਗ ਹੈ, ਉਹਦੀ ਧਿਆਨ, ਉਹਦੀ ਸੁਰਤੀ, ਉਹਦੀ ਬਿਰਤੀ ਹੋਰ ਕਿਸੇ ਪਾਸੇ ਨਹੀਂ, ਕੇਵਲ ਪਤੀ ਦੇ ਪੰਧ ਨੂੰ ਤੱਕਦੀ ਹੈ। ਉਹਦਾ ਪੈਰ ਅੱਗੇ ਨਹੀਂ ਪੁੱਟਿਆ ਜਾ ਰਿਹਾ। ਇੱਕ ਆਸ ਹੈ ਕਿ ਮੇਰਾ ਪਤੀ ਕਦੋਂ ਆਵੇ, ਮੈਂ ਪਤੀ ਦੇ ਦਰਸ਼ਨ ਕਰਾਂ। ਇਸੇ ਤਰ੍ਹਾਂ ਮਹਾਤਮਾ ਰੂਪ ਸਖੀਆਂ ਨੇ ਉਰ ਨਾ ਭਿਜੈ, ਉਹਨਾਂ ਦਾ ਹਿਰਦਾ ਭਿਜਦਾ ਨਹੀਂ। ਹਰ ਦਰਸ਼ਨ ਕੀ ਆਸਾ, ਇੱਕ ਆਸ ਹੈ ਕਿ ਹਰੀ ਦੇ ਦਰਸ਼ਨ ਕਦੋਂ ਹੋਣ। ਉਡੋ ਤਾਂ ਕਾਗਾ ਕਾਰੇ, ਬੇਗ ਮਲੀਜੇ ਆਪਣੇ ਰਾਮ ਪਿਆਰੇ, ਮੈਨੂੰ ਰਾਮ ਪਤੀ ਪਰਮਾਤਮਾ ਨਾਲ ਮੇਲ ਦੇਣਾ ਕਰੋ। ਕਰ ਮਹਿ ਅੰਮ੍ਰਿਤ ਆਨ ਨਿਸਾਰਿਓ। ਗਰੀਬ ਨਵਾਜ ਕਹਿੰਦੇ ਭਾਈ ਕਰ ਨਾਮ ਹੱਥਾਂ ਦੇ ਵਿੱਚ ਕਹਿੰਦੇ ਅੰਮ੍ਰਿਤ ਆ ਗਿਆ ਸੀ। ਕਿਹਦੇ? ਕਹਿੰਦੇ ਸਿਕੰਦਰ ਆਜ਼ਮ ਦੇ। ਇਸ ਨੇ ਸੰਸਾਰ ਨੂੰ ਜਿੱਤਿਆ,
ਕੱਲਾ ਸੰਸਾਰ ਨਹੀਂ, ਅੰਮ੍ਰਿਤ ਨੂੰ ਪਾਉਣ ਵਾਸਤੇ ਇਸ ਨੇ ਦੈਂਤਾਂ ਦੇ ਨਾਲ ਜੰਗ ਕੀਤਾ, ਸੱਪਾਂ ਦੇ ਕੁੰਡਾਂ ਦੇ ਅੰਦਰ ਸੱਪਾਂ ਨੂੰ ਵੱਢਿਆ, ਫਿਰ ਐਸੀ ਜਗ੍ਹਾ 'ਤੇ ਗਿਆ ਜਿੱਥੇ ਬਹੁਤ ਵੱਡਾ ਚੱਕਰ ਚੱਲਦਾ ਹੈ, ਉਸ ਨੂੰ ਖਤਮ ਕੀਤਾ, ਉਸ ਨੂੰ ਕੱਟਿਆ। ਅੱਗੇ ਫਿਰ ਦੇਵਤਿਆਂ ਨਾਲ ਜੰਗ ਲੱਗਾ, ਜਿੱਥੇ ਅਬਿਆ ਹਯਾਤ ਦਾ ਅੰਮ੍ਰਿਤ ਦਾ ਕੁੰਟ ਹੈ ਉੱਥੇ ਪਹੁੰਚ ਗਿਆ ਹੈ। ਦੇਵਤੇ ਇਕੱਠੇ ਹੋਏ ਕਿ ਜੇ ਕਰਕੇ ਅੰਮ੍ਰਿਤ ਪੀ ਗਿਆ ਇਸਨੇ ਅਮਰ ਹੋ ਜਾਣਾ ਹੈ, ਸਾਨੂੰ ਬੜਾ ਦੁੱਖ ਦੇਵੇਗਾ, ਸਾਨੂੰ ਬੜੀ ਸਜ਼ਾ ਦੇਵੇਗਾ। ਦੇਵਤਿਆਂ ਨੇ ਇਕੱਠੇ ਹੋ ਕੇ ਸਾਧ ਸੰਗਤ ਜੀ ਇੱਕ ਰੰਭਾ ਨੂੰ, ਇੱਕ ਅਪਸਰਾ ਨੂੰ ਗਿਲਜ ਦਾ ਰੂਪ ਧਾਰਨ ਵਾਸਤੇ ਕਿਹਾ ਹੈ। ਉਹ ਗਿਲਜ ਦਾ ਰੂਪ ਧਾਰ ਕੇ, ਕੋਈ ਖੰਭ ਨਹੀਂ ਸਰੀਰ ਤੇ, ਸਰੀਰ ਦੇ ਵਿੱਚੋਂ ਪਾਕ ਨਿਕਲ ਰਹੀ ਹੈ ਤੇ ਅਬਿਆ ਹਯਾਤ ਦੇ ਕੁੰਡ ਦੇ ਉੱਪਰ ਆਣ ਕੇ ਬੈਠ ਗਈ, ਜਿਹਦੀ ਸਾਰੀ ਵਾਰਤਾ ਕਲਗੀਧਰ ਪਿਤਾ ਮਹਾਰਾਜ ਜੀ ਨੇ ਦਸਮ ਦੀ ਬਾਣੀ ਦੇ ਵਿੱਚ ਲਿਖੀ ਹੈ। ਤੇ ਜਦੋਂ ਕਹਿੰਦੇ ਰਾਜਾ ਸਿਕੰਦਰ ਆਜ਼ਮ ਨੇ ਬੁੱਕ ਭਰਿਆ ਅੰਮ੍ਰਿਤ ਦਾ, ਤੇ ਦੂਸਰੇ ਪਾਸੇ ਜਿਹੜੀ ਰੰਭਾ ਹੈ, ਪਛਰਾ ਹੈ, ਉਹ ਹੱਸ ਪਈ ਹੈ। ਤੇ ਬਾਦਸ਼ਾਹ ਜਿਹੜਾ ਸਿਕੰਦਰ ਆਜ਼ਮ ਸੀ ਕਹਿਣ ਲੱਗਾ ਤੂੰ ਹੱਸੀ ਕਿਉਂ ਹੈ? ਉਹ ਕਹਿਣ ਲੱਗੀ ਤੂੰ ਪੀ ਲਾ ਫਿਰ ਦੱਸਾਂਗੀ, ਨਹੀਂ ਤੇ ਤੇਰੇ ਪਾਸੋਂ ਅੰਮ੍ਰਿਤ ਪੀਤਾ ਨਹੀਂ ਜਾਣਾ। ਕਹਿਣ ਲੱਗਾ ਕਿਉਂ? ਜਿਹੜੇ ਐਸੇ ਲੋਕ ਹੁੰਦੇ ਨੇ ਉਹ ਵਹਿਮੀ ਬੜੇ ਹੁੰਦੇ ਨੇ। ਉਹ ਕਹਿਣ ਲੱਗੀ ਤੂੰ ਪੀ ਲਾ, ਜੇ ਮੈਂ ਦੱਸ ਦਿੱਤਾ ਤੂੰ ਪੀ ਨਹੀਂ ਸਕੇਗਾ। ਸਿਕੰਦਰ ਆਜ਼ਮ ਕਹਿਣ ਲੱਗਾ ਤੂੰ ਦੱਸ। ਉਹ ਕਹਿਣ ਲੱਗੀ ਮੈਂ ਵੀ ਪੀਤਾ ਸੀ, ਮੇਰੇ ਖੰਭ ਚੜ ਗਏ ਨੇ, ਸਰੀਰ ਵਿੱਚੋਂ ਪਾਕ ਨਿਕਲ ਰਹੀ ਹੈ ਤੇ ਮੈਂ ਅਮਰ ਹੋ ਗਈ, ਮੇਰੀ ਮੌਤ ਨਹੀਂ ਹੋ ਰਹੀ, ਬਹੁਤ ਦੁਖੀ ਹੋ ਰਹੀ ਹਾਂ। ਉਸ ਵਕਤ ਸਿਕੰਦਰ ਆਜ਼ਮ ਨੇ ਜਿਹੜਾ ਅੰਮ੍ਰਿਤ ਦਾ ਬੁੱਕ ਸੀ ਰੂੜ ਦਿੱਤਾ ਹੈ। ਤੇ ਗਰੀਬ ਨਵਾਜ ਕਹਿੰਦੇ ਕਰ ਮਹਿ ਅੰਮ੍ਰਿਤ ਆਨ ਨਿਸਾਰਿਓ, ਹੱਥਾਂ ਦੇ ਵਿੱਚ ਅੰਮ੍ਰਿਤ ਆ ਗਿਆ ਸੀ ਸਿਕੰਦਰ ਆਜ਼ਮ ਦੇ। ਖਿਸਰ ਗਇਓ ਭੂਮ ਪਰ ਡਾਰਿਓ। ਫਿਰ ਕਹਿੰਦੇ ਜਦੋਂ ਸਾਰੀ ਵਾਰਤਾ ਸੁਣੀ ਤੇ ਸਿਕੰਦਰ ਆਜ਼ਮ ਨੇ ਜਿਹੜਾ ਅੰਮ੍ਰਿਤ ਦਾ ਬੁੱਕ ਸੀ ਉਹ ਧਰਤੀ ਦੇ ਉੱਪਰ ਰੁੜ ਦਿੱਤਾ। ਸਾਧ ਮੋਹਿ ਲਾਦੀ ਅਹੰਕਾਰੀ। ਇਸ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਜੀਵ ਹੰਕਾਰ ਦੇ ਅੰਦਰ, ਮੋਹ ਦੇ ਅੰਦਰ ਲਾਦੀ ਨਾਮ ਮਸਤ ਹੋਏ ਹਨ, ਦੋਸ ਨਾਹੀ ਪ੍ਰਭ ਕਰਨੇ ਹਾਰੇ। ਉਹ ਪ੍ਰਭੂ ਪਰਮਾਤਮਾ ਸਾਰੇ ਸੰਸਾਰ ਨੂੰ ਕਰਨ ਵਾਲਾ ਹੈ, ਉਹਦੇ ਵਿੱਚ ਕੋਈ ਦੋਸ਼ ਨਹੀਂ ਹੈ, ਕੋਈ ਗੁਨਾਹ ਨਹੀਂ ਹੈ, ਕੋਈ ਔਗਣ ਨਹੀਂ ਹੈ। ਸਾਧ ਸੰਗ ਮਿਟੇ ਭ੍ਰਮ ਅੰਧਾਰੇ। ਗਰੀਬ ਨਵਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਮਹਾਂਪੁਰਖਾਂ ਦੀ ਸੰਗਤ ਕਰੋ। ਮਹਾਂਪੁਰਖਾਂ ਦੀ ਸੰਗਤ ਦੇ ਵਿੱਚੋਂ ਹੀ ਸਾਰੇ ਜਿਹੜੇ ਭਰਮ ਹਨ, ਅਗਿਆਨਤਾ ਦੇ ਜਿਹੜੇ ਪਰਦੇ ਹਨ, ਉਹ ਸਾਰੇ ਦੂਰ ਹੁੰਦੇ ਹਨ। ਨਾਨਕ ਮੇਲੀ ਸਿਰਜਣਹਾਰੇ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਅੰਦਰ ਬੇਨਤੀ ਕਰੋ, ਸੱਚੇ ਪਾਤਸ਼ਾਹ ਆਪ ਜੀ ਸਾਡੇ ਤੇ ਕਿਰਪਾ ਕਰੋ, ਆਪ ਜੀ ਸੰਸਾਰ ਦੀ ਸਿਰਜਣਾ ਕਰਨ ਵਾਲੇ ਹੋ, ਰੱਬ ਦੇ ਪਿਆਰਿਆਂ ਨੂੰ, ਗੁਰਸਿੱਖਾਂ ਨੂੰ ਮੇਲਣਾ ਕਰੋ। ਆਸਾ ਮਹੱਲਾ ਪੰਜਵਾ। ਚਰਨ ਕਮਲ ਕੀ ਆਸ ਪਿਆਰੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਸਾ ਰਾਗ ਅੰਦਰ ਕਿਰਪਾ ਕਰਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਅੰਦਰ ਬੇਨਤੀਆਂ ਕਰਨ ਦੀ ਜਾਚ ਦੱਸਦੇ ਨੇ ਕਿ ਸਿੱਖ ਨੇ ਕਿਵੇਂ ਬੇਨਤੀਆਂ ਕਰਨੀਆਂ ਨੇ। ਕਿ ਹੇ ਅਕਾਲ ਪੁਰਖ ਜਿਹੜੇ ਆਪ ਜੀ ਦੇ ਰੱਬ ਦੇ ਪਿਆਰੇ ਨੇ ਨਾ, ਚਰਨ ਕਮਲ ਕੀ, ਉਹਨਾਂ ਨੂੰ ਆਪ ਜੀ ਦੇ ਚਰਨਾਂ ਕਮਲਾਂ ਦੀ ਆਸ ਇੱਛਾ ਹੁੰਦੀ ਹੈ ਪਿਆਰਿਆਂ ਨੂੰ। ਉਹ ਤੇ ਆਖਦੇ ਨੇ ਪਰਮਾਤਮਾ ਤੁਹਾਡੇ ਚਰਨਾਂ ਦੀ ਹੀ ਸਾਨੂੰ ਤਾਂਘ ਹੈ। ਜਮ ਕੰਕਰ ਨਸ ਗਏ ਵਿਚਾਰੇ। ਜਿਨ੍ਹਾਂ ਦੀ ਐਸੀ ਅਵਸਥਾ ਬਣ ਗਈ, ਪ੍ਰਭੂ ਦੇ ਚਰਨਾਂ ਨਾਲ ਪ੍ਰੀਤੀ ਪੈ ਗਈ, ਪ੍ਰੇਮ ਪੈ ਗਿਆ, ਜਮ ਕੰਕਰ ਜਮਦੂਤ ਜਿਹੜੇ ਹਨ ਨਸ ਨਾਮ ਭੱਜ ਗਏ, ਦੂਰ ਹੋ ਗਏ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਕਰਕੇ
ਸਾਧ ਸੰਗਤ ਜੀ ਜਿਹੜੇ ਜਮਦੂਤ ਹਨ ਨੇੜੇ ਨਹੀਂ ਆਉਂਦੇ। ਤੂੰ ਚਿਤ ਆਵੈ ਤੇਰੀ ਮਇਆ। ਇਹ ਸੱਚੇ ਪਾਤਸ਼ਾਹ ਮਹਾਰਾਜ ਉਹ ਗੁਰਸਿੱਖ ਬੇਨਤੀਆਂ ਕਰਦੇ ਨੇ, ਤੂੰ ਹਿਰਦੇ ਵਿੱਚ ਜੇ ਚੇਤੇ ਆਉਣਾ ਹੈ ਨਾ, ਇਹ ਸਾਡੀ ਕੋਈ ਤਾਕਤ ਨਹੀਂ, ਇਹ ਤੇ ਤੇਰੀ ਕਿਰਪਾ ਹੈ। ਤਉ ਕਿਰਪਾ ਤੇ ਹਰ ਗੁਣ ਗਾਈ। ਤੇਰੀ ਕਿਰਪਾ ਹੋ ਰਹੀ, ਅਸੀਂ ਤੇਰੇ ਗੀਤ ਗਾ ਰਹੇ ਹਾਂ, ਤੇਰੀ ਭਗਤੀ ਕਰ ਰਹੇ ਹਾਂ, ਤੇਰੀ ਸੇਵਾ ਕਰ ਰਹੇ ਹਾਂ। ਚੀਤ ਆਵੇ ਤਾਂ ਮਹਾ ਆਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ। ਪਰਮਾਤਮਾ ਚੇਤੇ ਆਉਂਦਾ ਹੈ, ਸਾਰੇ ਦੁੱਖ ਜਿਹੜੇ ਹਨ ਸਾਧ ਸੰਗਤ ਜੀ ਕੱਟੇ ਜਾਂਦੇ ਹਨ। ਸਿਮਰਤ ਨਾਮ ਸਗਲ ਰੋਗ ਖਿਆ। ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ, ਨਾਮ ਨੂੰ ਜਪਣ ਕਰਕੇ ਸਾਰੇ ਜਿਹੜੇ ਦੁੱਖ ਹਨ ਸਾਧ ਸੰਗਤ ਜੀ ਕੱਟੇ ਜਾਂਦੇ ਹਨ, ਸਾਰੇ ਜਿਹੜੇ ਪਾਪ ਹਨ ਕੱਟੇ ਜਾਂਦੇ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਅਨਕ ਦੁਖ ਦੀਵੈ ਅਵਰਾ ਕਉ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਪ੍ਰਾਣੀ ਹੋਰਾਂ ਨੂੰ ਅਨੇਕਾਂ ਦੁੱਖ ਦਿੰਦੇ ਹਨ, ਪਹੁੰਚ ਨ ਸਕੈ ਜਨ ਤੇਰੇ ਕਉ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਉਹ ਤੇਰੇ ਪਿਆਰਿਆਂ ਦੇ ਬਰਾਬਰ ਨਹੀਂ ਪਹੁੰਚ ਸਕਦੇ, ਗੁਰਸਿੱਖਾਂ ਦੇ ਬਰਾਬਰ ਨਹੀਂ ਪਹੁੰਚ ਸਕਦੇ ਹਨ। ਦਰਸ ਤੇਰੇ ਕੀ ਪਿਆਸ ਮਨ ਲਾਗੀ। ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਮਹਾਂਪੁਰਖਾਂ ਨੂੰ ਤੁਹਾਡੇ ਦਰਸ਼ਨਾਂ ਦੀ ਤੇ ਲੱਗੀ ਹੋਈ ਹੈ। ਉਹ ਤੇ ਆਖਦੇ ਨੇ ਦਰਸ਼ਨ ਪਿਆਸੀ ਦਿਨ ਰਾਤ, ਚਿਤਵੋ ਅੰਦਿਨ ਨੀਤ, ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ। ਉਹ ਤੇ ਆਖਦੇ ਨੇ ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸੱਚੇ ਪਾਤਸ਼ਾਹ ਬਹੁਤ ਜਨਮਾਂ ਤੋਂ ਆਪ ਜੀ ਤੋਂ ਵਿਛੜੇ ਹੋਏ ਸੀ, ਆਪ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਆਪ ਜੀ ਦੇ ਦਰਸ਼ਨ ਕਰਕੇ ਹੀ ਸਾਰੇ ਦੁੱਖ ਜਿਹੜੇ ਹਨ ਉਹ ਕੱਟੇ ਜਾਂਦੇ ਹਨ। ਦਰਸ਼ਨ ਕਰਕੇ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਤੇ ਕੱਲ ਨਾਮੇ ਭੱਟ ਕੀ ਕਹਿੰਦਾ ਹੈ, ਸੋ ਕਾਹੂ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਸਾਧ ਸੰਗਤ ਜੀ ਜਿਹੜਾ ਜਨਮ ਹੈ, ਮਰਨ ਹੈ, ਇਹ ਵੀ ਕੱਟਿਆ ਜਾਂਦਾ ਹੈ। ਸਭ ਤੋਂ ਵੱਡਾ ਜਿਹੜਾ ਦੁੱਖ ਉਹ ਜਨਮ ਤੇ ਮਰਨ ਦਾ ਹੈ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਦਰਸ਼ ਤੇਰੇ ਕੀ, ਆਪ ਜੀ ਦੇ ਦਰਸ਼ਨਾਂ ਦੀ ਪਿਆਸ ਮਨ ਲਾਗੀ, ਜਿਹੜੀ ਤੇ ਹੈ ਇਹ ਸੱਚੇ ਪਾਤਸ਼ਾਹ ਲੱਗੀ ਹੈ। ਸਹਿਜ ਆਨੰਦ ਬਸੈ ਬੈਰਾਗੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਸਹਿਜ ਅਵਸਥਾ ਬਣ ਜਾਵੇ, ਆਨੰਦ ਤੇ ਖੇੜੇ ਦੀ ਦਾਤ ਮਿਲ ਜਾਵੇ ਤੇ ਮਨ ਅੰਦਰ ਵੈਰਾਗ ਪੈਦਾ ਹੋ ਜਾਵੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮਨੁੱਖ ਦੇ ਅੰਦਰ ਪਹਿਲਾਂ ਤਿਆਗ ਪੈਦਾ ਹੁੰਦਾ ਹੈ, ਜਦੋਂ ਸਾਰੇ ਪਾਸਿਓਂ ਤਿਆਗ ਹੋ ਜਾਂਦਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤਿਆਗ ਦੇ ਵਿੱਚੋਂ ਇੱਕ ਸ਼ਬਦ ਨਿਕਲਦਾ ਹੈ ਜਿਹਦਾ ਨਾਮ ਹੈ ਵੈਰਾਗ। ਜਦੋਂ ਵੈਰਾਗ ਪੈਦਾ ਹੋ ਜਾਂਦਾ ਹੈ ਸੰਸਾਰ ਦੇ ਵਿੱਚ, ਉਹਦੇ ਵਿੱਚੋਂ ਇੱਕ ਸ਼ਬਦ ਨਿਕਲਦਾ ਹੈ ਜਿਹਦਾ ਨਾਮ ਹੈ ਅਨੁਰਾਗ। ਅਨੁਰਾਗ ਕਹਿੰਦੇ ਨੇ ਪ੍ਰੇਮ ਨੂੰ। ਫਿਰ ਜਿਸ ਪ੍ਰਾਣੀ ਦੇ ਅੰਦਰ ਪ੍ਰੇਮ ਪੈਦਾ ਹੋ ਜਾਵੇ, ਉਹ ਸੰਸਾਰ ਦੇ ਅੰਦਰ, ਸੰਸਾਰ ਦੇ ਪਦਾਰਥਾਂ ਦੇ ਅੰਦਰ, ਮੋਹ ਮਾਇਆ ਦੇ ਅੰਦਰ ਕਦੀ ਖਚਿਤ ਨਹੀਂ ਹੁੰਦਾ। ਜਿੰਨੀਆਂ ਮਰਜ਼ੀ ਉਹਨਾਂ 'ਤੇ ਮੁਸੀਬਤਾਂ ਆ ਜਾਣ, ਦੁੱਖ ਆ ਜਾਵੇ, ਤਾਂ ਵੀ ਪਰਮਾਤਮਾ ਦੇ ਅਨੁਰਾਗ ਪ੍ਰੇਮ ਨੂੰ ਛੱਡਦੇ ਨਹੀਂ ਹਨ। ਉਹਨਾਂ ਗੁਰਸਿੱਖਾਂ ਦੇ ਸਰੀਰ ਦੇ ਦੋ ਫਾੜ ਵੀ ਹੋ ਜਾਣ ਤੇ ਤਾਂ ਵੀ ਉਹਨਾਂ ਦੇ ਵਿੱਚੋਂ ਸਾਧ ਸੰਗਤ ਜੀ ਬਾਣੀ ਦੀ ਆਵਾਜ਼ ਆਉਂਦੀ ਹੈ। ਦਿੱਲੀ ਦੀ ਧਰਤੀ ਹੈ, ਭਾਈ ਮਤੀ ਦਾਸ ਤੇ ਫਤਵਾ ਲੱਗਾ ਕਿ ਫੱਟਿਆਂ ਦੇ ਅੰਦਰ ਸਰੀਰ ਨੂੰ ਜਕੜ ਕਰਕੇ ਸਰੀਰ ਦੇ ਦੋ ਫਾੜ ਕੀਤੇ ਜਾਣ। ਗੁਰੂ ਤੇਗ ਬਹਾਦਰ ਸਾਹਿਬ ਵੀ ਉੱਥੇ ਨੇ, ਭਾਈ ਦਿਆਲ ਦਾਸ, ਭਾਈ ਮਤੀ ਦਾਸ, ਭਾਈ ਸਤੀ ਦਾਸ। ਗੁਰੂ ਕੇ ਸਿੱਖ ਨੂੰ ਕਿਹਾ ਗਿਆ ਇਸਲਾਮ ਕਬੂਲ ਕਰ, ਤੈਨੂੰ ਵੱਡਾ ਵੱਡਾ ਅਸੀਂ ਮਰਾਤਬੇ ਦੇਵਾਂਗੇ, ਜਗੀਰਾਂ ਦੇਵਾਂਗੇ। ਭਾਈ ਮਤੀ ਦਾਸ ਕਹਿਣ ਲੱਗਾ ਮੈਂ ਗੁਰੂ ਕਾ ਦੀਵਾਨ ਰਿਹਾ ਹਾਂ, ਮੈਨੂੰ ਪੈਸੇ ਦੀ ਕੋਈ ਕਮੀ ਨਹੀਂ ਰਹੀ, ਪਰ ਮੈਂ ਇਸਲਾਮ ਨੂੰ ਕਬੂਲ ਨਹੀਂ ਕਰਾਂਗਾ, ਮੌਤ ਪ੍ਰਵਾਨ ਕਰਾਂਗਾ। ਅਖੀਰਲੀ ਇੱਛਾ ਪੁੱਛੀ ਗਈ, ਕਹਿਣ ਲੱਗਾ ਜਿਹੜੇ ਪਿੰਜਰੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਮੇਰਾ ਚਿਹਰਾ ਉਸ ਪਾਸੇ ਕਰ ਦਿਓ। ਜਦੋਂ
ਭਾਈ ਮਤੀ ਦਾਸ ਦਾ ਚਿਹਰਾ ਉੱਧਰ ਨੂੰ ਕੀਤਾ ਗਿਆ। ਪਿੰਜਰੇ ਅੰਦਰੋਂ ਆਵਾਜ਼ ਆਈ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ, ਗੁਰੂ ਕੇ ਲਾਲ ਸਿਰ ਦਿੱਤਿਆਂ ਬਾਦ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਦ ਨਹੀਂ ਰਹਿਣਾ। ਭਾਈ ਮਤੀ ਦਾਸ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਦਾ ਟਿਕਾਓ ਬਖਸ਼ੋ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਗੁਰੂ ਕੇ ਲਾਲ ਦੇ ਸੀਸ ਤਿਆਰਾ ਸ਼ੁਰੂ ਹੋ ਗਿਆ। ਭਾਈ ਸਾਹਿਬ ਪਹੁੰਚ ਗਏ। ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵਹਿ ਦਰਗਹਿ ਮਾਨ। ਸਰੀਰ ਦੇ ਦੋ ਫਾੜ ਹੋ ਗਏ। ਦੋਨਾਂ ਫਾੜਿਆਂ ਦੇ ਵਿੱਚੋਂ ਸਾਧ ਸੰਗਤ ਜੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ। ਭਾਈ ਸਾਹਿਬ ਭਾਈ ਮਤੀ ਦਾਸ ਸਟੈਪ ਬਾਈ ਸਟੈਪ ਸੱਚਖੰਡ ਨੂੰ ਜਾ ਰਹੇ ਨੇ। ਭਾਈ ਸਾਹਿਬ ਪਹੁੰਚ ਗਏ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਭਾਈ ਸਾਹਿਬ ਪਹੁੰਚ ਗਏ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਭਾਈ ਸਾਹਿਬ ਪਹੁੰਚ ਗਏ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਫਤਿਹ ਬੁਲਾਈ ਤੇ ਭਾਈ ਸਾਹਿਬ ਭਾਈ ਮਤੀ ਦਾਸ ਨੇ ਅਰਦਾਸ ਕੀਤੀ, ਔਰੰਗਜ਼ੇਬ ਅੱਜ ਤੋਂ ਬਾਅਦ ਤੂੰ ਦਿੱਲੀ ਦੀ ਧਰਤੀ ਤੇ ਚੈਨ ਨਾਲ ਸੌ ਨਹੀਂ ਸਕੇਗਾ। ਇਹ ਬਖਸ਼ਿਸ਼ਾਂ ਕਿੱਥੋਂ ਮਿਲੀਆਂ, ਤਾਕਤ ਕਿੱਥੋਂ ਮਿਲੀ? ਗੁਰੂ ਦੀ ਕਿਰਪਾ ਦੇ ਸਦਕਾ, ਗੁਰੂ ਦੀ ਬਖਸ਼ਿਸ਼ ਦੇ ਸਦਕਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ। ਜਿੱਥੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਸਹਿਜ ਵੀ ਮਿਲ ਜਾਂਦਾ ਹੈ, ਆਨੰਦ ਵੀ ਮਿਲ ਜਾਂਦਾ ਹੈ। ਸਰੀਰ ਦੇ ਦੋ ਫਾੜ ਹੋ ਜਾਣ, ਉਹਨਾਂ ਦੇ ਆਨੰਦ ਵਿੱਚ ਫਰਕ ਨਹੀਂ ਪੈਂਦਾ ਤੇ ਨਾਲ ਨਾਲ ਵਿਰਾਗ ਵੀ ਮਿਲ ਜਾਂਦਾ ਹੈ। ਨਾਨਕ ਕੀ ਅਰਦਾਸ ਸੁਣੀਜੈ। ਜਗਿਆਸੂ ਬੇਨਤੀ ਕਰਦਾ ਹੈ, ਇਹ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਅਰਦਾਸ ਨੂੰ, ਮੇਰੀ ਫਰਿਆਦ ਨੂੰ ਆਪ ਜੀ ਸੁਣਨਾ ਕਰੋ। ਕੇਵਲ ਨਾਮ ਹਿਰਦੈ ਮਹਿ ਦੀਜੈ। ਆਪ ਜੀ ਕਿਰਪਾ ਕਰੋ, ਰਹਿਮਤ ਕਰੋ। ਕਿਰਪਾ ਕਰਕੇ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਸਿੱਖੀ ਦੀ ਦਾਤ ਬਖਸ਼ਿਸ਼ ਕਰ ਦਿਓ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਜੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਾਨੂੰ ਸਦਾਨ ਦਿੱਤਾ ਹੈ, ਉਪਦੇਸ਼ ਦਿੱਤਾ ਹੈ, ਗਰੀਬ ਨਿਵਾਸ ਸਾਨੂੰ ਕਮਾਉਣ ਦੀ ਦਾਤ ਬਖਸ਼ਿਸ਼ ਕਰਨ। ਕੇਵਲ ਨਾਮ ਹਿਰਦੈ ਮਹਿ ਦੀਜੈ। ਮਹਾਰਾਜ ਸਾਨੂੰ ਹੋਰ ਕਿਸੇ ਪਦਾਰਥ ਦੀ ਲੋੜ ਨਹੀਂ ਹੈ, ਕਿਸੇ ਰਾਜ ਭਾਗ ਦੀ ਲੋੜ ਨਹੀਂ ਹੈ। ਜਦੋਂ ਸਿੱਖ ਦੇ ਅੰਦਰੋਂ ਅਰਦਾਸ ਨਿਕਲਦੀ ਹੈ, ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤੇ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਦਿਓ। ਐਸੇ ਸਿੱਖ ਤੇ ਫਿਰ ਗੁਰੂ ਟੁੱਟ ਪੈਂਦਾ ਹੈ। ਸਿੱਖਾ ਦੱਸ ਕੀ ਦਾਤ ਲੈਣੀ ਹੈ? ਫਿਰ ਸਿੱਖ ਦੀ ਕੀ ਅਰਦਾਸ ਹੈ? ਮਹਾਰਾਜ ਮੈਂ ਕਿਆ ਮੰਗੋ, ਮੈਂ ਕੀ ਮੰਗਾ? ਕਿਛ ਥਿਰ ਨਾ ਰਹਾਈ, ਕੋਈ ਚੀਜ਼ ਟਿਕਣ ਵਾਲੀ ਨਹੀਂ ਹੈ, ਸਦਾ ਰਹਿਣ ਵਾਲੀ ਨਹੀਂ ਹੈ। ਹਰ ਦੀਜੈ ਨਾਮ ਪਿਆਰੀ ਜੀਓ। ਆਪ ਜੀ ਦਾ ਨਾਮ ਬੜਾ ਪਿਆਰਾ ਹੈ। ਜੇ ਟੁੱਟੇ ਹੋ ਤੇ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਨਾਮ ਦੀ ਦਾਤ ਬਖਸ਼ ਦਿਓ। ਐਸੀ ਕਿਰਪਾ ਕਰ ਦਿਓ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਮੈਂ ਅੱਠੇ ਪੈ ਰਾਤ ਦਿਨ ਤੁਹਾਡੀ ਵਡਿਆਈ ਕਰਾਂ, ਤੁਹਾਡੇ ਨਾਮ ਨੂੰ ਜਪਾਂ। ਐਸੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਓ, ਰਹਿਮਤ ਕਰ ਦਿਓ। ਹੋਰ ਮੇਰੇ ਮਨ ਅੰਦਰ ਕੋਈ ਇੱਛਾ ਨਹੀਂ ਹੈ, ਕੋਈ ਕਾਮਨਾ ਨਹੀਂ ਹੈ। ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਟੁੱਟ ਕਰਕੇ ਨਾਨਕ ਕੀ ਅਰਦਾਸ ਸੁਣੀਜੈ, ਆਪਣੇ ਪਿਆਰੇ ਦੀ ਬੇਨਤੀ ਨੂੰ ਸੁਣ ਲੈਂਦੇ ਨੇ। ਕੇਵਲ ਨਾਮ ਹਿਰਦੈ ਮਹਿ ਦੀਜੈ। ਫਿਰ ਆਪਣੇ ਸਿੱਖ ਦੇ ਹਿਰਦੇ ਵਿੱਚ ਨਾਮ ਦੀ ਦਾਤ ਵੀ ਬਖਸ਼ਿਸ਼ ਕਰ ਦਿੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਹਾਂ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।